ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹ। ਸਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗਈ ਬਹੁੜ ਬੰਦੀ ਛੋੜ। ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ। ਲੋਭੀ ਮਾਇਆ ਧਾਰੀ। ਗਈ ਬਹੁੜ ਬੰਦੀ ਛੋੜ। ਨਿਰੰਕਾਰ ਦੁਖਦਾਰੀ। ਕਰਮ ਨ ਜਾਣਾ ਧਰਮ ਨ ਜਾਣਾ। ਲੋਭੀ ਮਾਇਆ ਧਾਰੀ। ਨਾਮ ਪਰਿਓ ਭਗਤ ਗੋਵਿੰਦ ਕਾ। ਇਹ ਰਾਖੋ ਪੈਜ ਤੁਮਾਰੀ। ਹਰ ਜੀਓ ਨਿਮਾਣਿਆ ਤੂੰ ਮਾਣ। ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਵਿੰਦ। ਤੇਰੀ ਕੁਦਰਤ ਕਉ ਕੁਰਬਾਨ। ਰਹਾਉ ਜੈਸਾ ਬਾਲਕ ਭਾਏ ਸੋ ਭਾਈ। ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਚਿੜਕੇ ਬਹੁ ਭਾਂਤੀ। ਬਹੁੜ ਪਿਤਾ ਗਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ। ਆਗੇ ਮਾਰਗ ਪਾਵੈ। ਹਰ ਅੰਤਰ ਜਾਮੀ ਸਭ ਬਿਦ ਜਾਣੈ। ਤਾਂ ਕਿਸ ਪਹਿ ਆਖ ਸੁਣਾਈਐ। ਕਹਿਣੈ ਕਥਨ ਨਾ ਪੀਜੈ ਗੋਬਿੰਦ। ਹਰ ਭਾਵੈ ਪੈਜ ਰਖਾਈਐ। ਅਵਰ ਓਟ ਮੈਂ ਸਗਲੀ ਦੇਖੀ। ਇਕ ਤੇਰੀ ਓਟ ਰਹਾਈਐ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ। ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ।
ਜਨ ਨਾਨਕ ਸੁਖ ਵਸੰਤੀ ਪੂਰਾ ਸਤਿਗੁਰ ਮੇਲ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਆਓ ਇਹ ਸਾਰਾ ਸ਼ਬਦ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਵੀ ਹੈ ਤੇ ਮਾਲਕ ਦੇ ਸਨਮੁਖ ਜਾਚਨਾ ਵੀ ਕੀਤੀ ਗਈ ਹੈ। ਹੇ ਵਾਹਿਗੁਰੂ ਜੀ, ਆਪ ਸਰਬ ਕਲਾ ਸਮਰੱਥ ਹੋ, ਸਭ ਕੁਝ ਭੰਨਣ ਘੜਨ ਜੋੜਨ ਤੋੜਨ ਵਿਛੋੜਨ ਸਾਰੀ ਸਮਰੱਥਾ ਤੁਹਾਡੇ ਕੋਲ ਹੈ। ਸਾਨੂੰ ਟੁੱਟਿਆ ਹੋਇਆਂ ਨੂੰ ਜੋੜ ਲਵੋ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਕਰ ਸਕੀਏ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਰਹਿਮਤ ਆਪਣੀ ਬਖਸ਼ਿਸ਼ ਵਰਤਾਨ ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਦਾਤ ਬਖਸ਼ਣ। ਆਪ ਜਿਤਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਜਾਂ ਦੇਸ਼ ਵਿਦੇਸ਼ ਆਪਣੇ ਘਰਾਂ 'ਚ ਬੈਠੇ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਤੋਂ ਕੀਰਤਨ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਸਾਧ ਸੰਗਤ, ਸਾਰੇ ਬੋਲੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੋਰਠ ਸਤਿਗੁਰਾਂ ਜੀ ਦਾ ਇਹ ਰਾਗ ਹੈ ਔਰ ਸੋਰਠ ਰਾਗ ਦੇ ਅੰਦਰ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਲਈ ਅਸੀਂ ਇਤਿਹਾਸਕ ਬੋਲ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਨਿਕਲੇ, ਅਸੀਂ ਬੜੀ ਵਾਰੀ ਉਹ ਬੋਲ ਦੁਹਰਾਨੇ ਹਾਂ। ਦੋਹੇ ਤਾਂ
बाणी का बोहे था कि गुरु अर्जुन दे बाणी दे जहाज ने उंज श्री गुरु ग्रंथ साहिब दी पवित्र बाणी च भट्ट साहिबान जी का एक अमृत बोल है कि गुरु अर्जुन देव इस घोर कलयुग दे समय दे विच ओ जहाज ने ਜਿਹੜੇ ਸਾਰੀ ਸ੍ਰਿਸ਼ਟੀ ਨੂੰ ਇੱਕ ਖਿੰਨ ਦੇ ਵਿੱਚ ਪਾਰ ਉਤਾਰਨ ਦੀ ਸਮਰੱਥਾ ਰੱਖਦੇ ਨੇ। ਭੱਟ ਸਾਹਿਬ ਜੀ ਦੇ ਬਚਨ ਨੇ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਕਿ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹ ਜਹਾਜ਼ ਨੇ ਜਿਹੜੇ ਸ੍ਰਿਸ਼ਟੀ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਨੇ। ਆਰੰਭ 'ਚ ਤਾਂ ਬੇਨਤੀ ਕਰ ਲੱਗਾ कि गुरु अर्जुन देव जी ने बड़े परोपकार साडे ते कीते आ। गुरमुखो थोड़ा जिहा क्योंकि अज सतगुरां दा इस वारी पहला शब्द आया हुक्म च हजूर सच्चे पातशाह महाराज 18 साल दी उम्र सी जदों गुरियाई ते जां गुरता गद्दी ते विराजमान हुंदे ने ते 43 साल दी उम्र तक 25 साल धन गुरु पंचम पातशाह महाराज गुरियाई ते विराजमान रहे आ। उन्होंने साडे ते बड़ा परोपकार किया। मैं विशेष शब्द दोहरान लगा आ हरमंदर साहिब उन्हां दी देन है। श्री गुरु ग्रंथ साहिब जी नूं आपां मत्था टेकने का ये धन गुरु अर्जुन दे महाराज जी दी साडे ते असीस है। साध संगत गुरु अर्जुन देव ने सारी बाणी इकट्ठी की ते उस बाणी दे संबंध विच अपनी रसना तो बोल भी कहे कि भाई गुरसिखो ये ओ खजाना है जो आद गुरु नानक साहिब जी तो बाद गुरु रामदास पिता जी तक गुरु साहिबाना ने इकत्र किया उचारण किया। ते भाई सिखो इस खजाने की कीमत दुनिया च कोई नहीं पा सकता। कोई दौलत कोई पदार्थ जड़ चेतन कुछ भी माया इस शब्द की कीमत नहीं पा सकती। बस एक काम करियो इस शब्द नूं पहला आप खाओ। खर्चन की गल बाद च कही है क्योंकि खर्चिया तां जांदा है जे कमाया जाएगा तां। उत्थे शब्द सतगुरु ने खावें वरत्या है ना। इहदा भाव अर्थ है कि आप कमाओ आप शब्द जपो आप बाणी अनुसार जीवन ढालीए। जिवें कोई कमाई करदा है ते बाद विच खर्च सकदा है बिना कमाइयां तो खर्च नहीं हुंदे। ते गुरमुखो सच एवे शब्द की कमाई तो बिना भी शब्द खर्चिया नहीं जा सकता। परपंच हो सकता है पर महाराज जी ने कहा खम धनवंत भागत सच नाए हर गुण गावें सहज सुभाए प्यो दादे का खोल डिठा खजाना ता मेरे मन भया निधाना रतन लाल जाका कछु ना मोल। कोई कीमत नहीं इस बाणी दी प्यारियो कोई ਇਹਦਾ ਮੁੱਲ ਪਾ ਹੀ नहीं सकता। रतन लाल जाका कछु ना मोल भरे भंडार अखूट अतोल खावह खर्चै रल मिल भाई रल मिल के संगती रूप विच खावह खर्चै रल मिल भाई तोट ना आवे वाध हो जाई। ते पंचम सतगुरु जी हर बंदा इनू खा खर्च सकेगा। कहन लगे नहीं कहो नानक जिस मस्तक लेख लिखाए सो एत खजाने लया रलाए। ये धन गुरु अर्जुन देव जी ने बख्शिश की जी। देखो गुरु ग्रंथ साहिब का प्रकाश कराया ते उस तो 2 साल बाद ही धन गुरु अर्जुन देव महाराज शहादत का जाम पी गए। शहीदां दे सरताज बाणी दे बोहित शांति दे पुंज सबर नाल हर चीज़ नूं अंदरों खंडाण वाले धन गुरु अर्जुन देव महाराज उन्हां दी रसना तो राग सोरठ विच ये शब्द उचारण किया होया है। गई बहोड़ बंदी छोड़। सतगुरु गुरु अर्जुन देव महाराज इस शब्द की आरंभता दे विच पार ब्रह्म परमेश्वर दे सन्मुख बेनती करते हैं। क्योंकि जिवें आपां रोज़ कथा विचार करते आ रहे हैं पहले जिहड़े बचन ने उन्हां दे अखरी अर्थ कर लांगे तो उस तो बाद समय अनुसार उहदी व्याख्या डिटेल च आपां सतगुरु की सिफत कर सकने। अज साहब ने फरमाया गई बहौड़
बंदी छोड़, गई बहौड़। गई दा लफ्जी अर्थ है जो चली गई है, पर इत्थे शब्द नहीं क्या केड़ी चीज चली गई। ये फिर व्याख्याकार टीकाकारां ने, कथा करन वालियां गुरमुखां ने अपनी अपनी सोझी दे मुताबिक दे अर्थ कीते। पर पहला अखरी अर्थ ने गई बहौड़। गई दा अर्थ है जिहड़ी चली गई है, जिवें आपां कोई चीज़ कि फलानी चीज़ वो चली गई, जिवें दा मतलब हुण साडे कोल वो वस्तु नहीं रही। ते बहौड़ दा लफ्जी अर्थ हुंदा जी वापस ले आउणा। फिर अज सुनियो, जिहड़ी चली गई है साडे कोल है ही नहीं, वो वापस आ जाए। गई बहौड़ इहदा अर्थ है हे परमात्मा जी, जिहड़ी अवस्था, फिर बेनती है, जिहड़ी अंदर दी सुरत, जिहड़ी अंदर दी एकाग्रता, जिहड़ी नाम दे विच जुड़ी कोई प्रोती कोई सुरत सी, वो चली गई। ते आप इन्ने समर्थ हो उस आत्मक अवस्था जिहड़ी गवाच गई, चली गई, तुसी उस नूं दोबारा फिर ले आउंदे हो। फिर बेनती है, इस नूं थोड़ा जिहा असीं बाणी चों फिर जदों विचार करांगे जी। अखरी अर्थ गई बहौड़, जा चुकी नूं वापस लियाउण वाले। बंदी छोड़, बंदी दा अर्थ आपां समझने आ कि जिहड़े बंधनां दे विच बज्झे होए आ, जिन्हां नूं संगलां दे नाल नूड़िया होया है। बंदी छोड़ दा अर्थ है बंधनां विच पिया होयां दा छुटकारा कराउण वाले। हुण ये फिर इस दी बेनती, चार ये शब्द ने, गई बहौड़, बंदी छोड़। जा चुकी नूं वापस लियाउण वाले, बंधनां विच पिया होयां दे बंधन कट के बंदी छोड़ हो। निरंकार दुखदारी। निरंकार, जिस दा कोई आकार नहीं, जिस दा कोई रूप नहीं, जिस दा बाहरमुखी कोई ढांचा नहीं। निरंकार दुखदारी, हे प्रभु आप जी दा कोई आकार नहीं। जिहड़े आ दुख ने, दुखदारी दा अर्थ करांगे दुखां दा इलाज करन वाले। इउं शब्द होर सौखे अर्थ कर लीजिए, दुखां तो छुटकारा दिवाउण वाले। इहदा मतलब अर्थ हो गया गई बहौड़, जा चुकी अवस्था नूं वापस लियाउण वाले। बंदी छोड़, बंधनां विच पिया होया नूं मुक्त कराउण वाले। निरंकार दुखदारी, जिस दा कोई आकार नहीं, दुखां दा इलाज करन वाले, दुखां तो खैड़ा छुड़ाउण वाले। इत्थे बेनती की जा रही है। असी पहले इस पदे दियां तीन तुकां दे अर्थ करके फिर विचार व्याख्या शुरू करांगे। हे वाहिगुरू जी, इस करके नहीं मेरी अवस्था वापस आउणी कि मेरे कर्म बड़े चंगे आ। ना तो मैं कोई कर्म चंगा कीता, ना मैं धर्म बारे कुछ जानना वा। कर्म धर्म मेरे पल्ले कुछ भी नहीं। लोभी माया धारी। पर मेरे अंदर दी बिरती जिहड़ी वो लोभी अत दी लालची है। हर वक्त अंदर लालच दे फुरने उठदे पे आ। ते वाहिगुरू मेरी सुरत ने माया नूं धारण कीता है। कर्म न जाना, धर्म न जाना, लोभी माया धारी। अंदर दी अवस्था लालची है, माया धारी खां। कर्म धर्म मैं कुछ भी नहीं कर रहा। नाम परियो भगत गोविंद का। नाम परियो भगत गोविंद का। वाहिगुरू जी मेरे अंदर नूं तां कोई जानदा ही नहीं। मैं तां बेनती करांगा गुरमुखो, ये सतगुरु साडे लिए अरदास कर रहे हैं जी। महाराज कहंदे ने साडा नाम दुनिया विच पै गया, ये प्रभु दा भगत है, ये बड़ी बंदगी करन वाला है, ये बड़े उच्चे जीवन वाला है। वाहिगुरू जी सारी दुनिया ये शब्द कह रही है कि ये गोबिंद, गोबिंद अर्थ हुंदा धरती दा सहारा। असी सीधे अर्थ परमेश्वर वाहिगुरू जी करने। नाम परियो भगत गोबिंद का। इस समाज विच, इस सृष्टि विच मेरे नाम नाल लोग के शब्द जोड़न लग पे ने। मैं खर जन हाँ, मैं खरी दास हाँ, मैं खरी भगत हाँ, मैं गुर सिख हाँ, मैं गुरु दा खालसा हाँ। वाहिगुरू पर अंदर दा किसे नूं कोई पता नहीं मेरे अंदर दा जीवन की है। पर सारियां विच मेरी मशहूरी है आप जी दा भगत जान के। एह राखो पैज तुम्हारी। हे वाहिगुरू जी
ਹੁਣ ਕਿਰਪਾ ਕਰੋ ਇਸ ਸ਼ਬਦ ਦੀ ਇੱਜ਼ਤ ਰੱਖ ਲਵੋ। ਇਹ ਮਿਹਰ ਕਰੋ, ਤੁਸੀਂ ਮੇਰੀ ਇੱਜ਼ਤ ਰੱਖ ਲਓ। ਕਿਹੜੀ ਇੱਜ਼ਤ ਜੀ? ਕਿ ਲੋਕ ਮੈਨੂੰ ਤੇਰਾ ਭਗਤ, ਤੇਰਾ ਸੇਵਕ ਕਹਿ ਰਹੇ ਆ। ਇਹ ਸਤਿਗੁਰੂ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਜੀ ਬੇਨਤੀ ਰੂਪ ਦੇ ਵਿੱਚ ਇਸ ਸ਼ਬਦ ਦਾ ਪਹਿਲਾ ਪਦਾ, ਜਿਸ ਦੀਆਂ 3 ਤੁਕਾਂ ਦੇ ਆਪਾਂ ਅਰਥ ਕੀਤੇ ਆ, ਇਹ ਸਤਿਗੁਰਾਂ ਨੇ ਮਿਹਰ ਕੀਤੀ ਹੈ। ਅੱਗੇ ਵੀ ਜਿਹੜੇ ਜਿਵੇਂ ਤੁਕਾਂ ਆਉਣਗੀਆਂ ਆਪਾਂ ਸਮੇਂ ਅਨੁਸਾਰ ਉਹਦੀ ਵਿਆਖਿਆ ਕਰੀ ਜਾਂਦੇ ਆ। ਪਹਿਲੀ ਬੇਨਤੀ ਹੈ, ਗਈ ਬਹੌੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈ ਤੁਮਾਰੀ। ਸਭ ਤੋਂ ਪਹਿਲੀ ਬੇਨਤੀ ਵੀ ਕਿਹੜੀ ਚੀਜ਼ ਚਲੀ ਜਾਏ ਜਿਹੜੀ ਸਤਿਗੁਰੂ ਵਾਪਸ ਲੈ ਕੇ ਆ ਜਾਂਦੇ ਆ। ਮੈਂ ਅਰਜ਼ ਕੀਤੀ ਜੇ ਇਹਦੇ ਜ਼ਿਆਦਾਤਰ ਅਰਥ ਗੁਰਮੁਖ ਟੀਕਾਕਾਰਾਂ ਨੇ ਇਹ ਹੀ ਕੀਤੇ ਆ ਕਿ ਜਿਹੜੀ ਆਤਮਿਕ ਅਵਸਥਾ ਗਵਾਚ ਜਾਏ, ਜਿਹੜੇ ਅੰਦਰ ਦੀ ਅਵਸਥਾ ਕਿਤੇ ਸਮੇਂ ਦੇ ਨਾਲ ਅਲੋਪ ਹੋ ਜਾਏ, ਪਾਰ ਬ੍ਰਹਮ ਪਰਮੇਸ਼ਵਰ ਜੀ ਉਸ ਅਵਸਥਾ ਨੂੰ ਵੀ ਵਾਪਸ ਲੈ ਆਉਂਦੇ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਆ ਤੇ ਸੱਚੀ ਮੁੱਚੀ ਇਹ ਅਰਥ ਬੜੇ ਕਮਾਲ ਦੇ ਢੁਕਦੇ ਆ। ਜਿੰਨੇ ਵੀ ਸੰਸਾਰ ਦੇ ਵਿੱਚ ਇਨਸਾਨ ਨੇ, ਮੈਂ ਲਫ਼ਜ਼ ਇਕੱਲੇ ਸਿੱਖ ਨਹੀਂ ਵਰਤ ਰਿਹਾ, ਜਿਨ੍ਹਾਂ ਨੂੰ ਪਰਮਾਤਮਾ ਨੇ 5 ਤੱਤਾਂ ਦਾ ਇਹ ਚੋਲਾ ਦਿੱਤਾ ਹੈ, ਸਰੀਰ ਦਿੱਤਾ ਹੈ, ਹਰ ਬੰਦਾ ਜਿਹੜਾ ਆਪਣੇ ਜਨਮ ਤੋਂ ਪਹਿਲਾਂ ਕਿਸੇ ਅਮੋਲਕ ਵਸਤੂ ਨਾਲ ਜੁੜਿਆ ਹੋਇਆ ਸੀ। ਫਿਰ ਬੇਨਤੀ ਸੁਣਿਓ, ਸਿਰਫ 2 ਸ਼ਬਦ ਨੇ, ਗਈ ਬਹੌੜ। ਉਹ ਕੀ ਚੀਜ਼ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕਿ ਜਿਹੜਾ ਸਾਡਾ ਇਹ ਜਿਹਨੂੰ ਆਪਾਂ ਸਰੀਰ ਜਦੋਂ ਬਣ ਰਿਹਾ ਸੀ, ਜਿਹੜੀ ਜੀਵ ਆਤਮਾ ਕਹਿ ਲੋ, ਸਾਡਾ ਅੰਦਰ ਜਿਹੜਾ ਹੈ ਇਹ ਜਿੰਦਾ ਸੀ ਕੇਵਲ ਪਰਮਾਤਮਾ ਦੇ ਸਿਮਰਨ ਦੇ ਧਿਆਨ ਦੇ ਵਿੱਚ, ਉਸ ਅੱਗ ਵਿੱਚ ਸੀ। ਤੇ ਅੱਗ ਵਿੱਚ ਹੋਣ ਦੇ ਬਾਵਜੂਦ, ਪਾਣੀ ਦੇ ਇੱਕ ਬਲੈਡਰ ਵਿੱਚ ਹੋਣ ਦੇ ਬਾਵਜੂਦ, ਸੱਚ ਇਹ ਵੇ ਕਿ ਇਹਦੇ ਅੰਦਰ ਦੀ ਸੁਰਤ ਪਾਰ ਬ੍ਰਹਮ ਪਰਮੇਸ਼ਵਰ ਦੇ ਚਰਨਾਂ 'ਚ ਕਹੋ, ਸ਼ਬਦ 'ਚ ਕਹੋ, ਸਿਮਰਨ 'ਚ ਕਹੋ, ਉਹ ਪਰਮ ਸੱਤ ਦੇ ਨਾਲ ਇਹਦੀ ਸੁਰਤ ਜੁੜੀ ਹੋਈ ਸੀ। ਪਿਆਰਿਓ, ਉਹ ਬੜੀ ਕੀਮਤੀ ਵਸਤੂ ਸੀ ਇਨਸਾਨ ਦੇ ਕੋਲ। ਥੋੜਾ ਜਿਹਾ ਇਸ ਨੂੰ ਗਈ ਬਹੌੜ ਦੇ ਅਰਥ ਕਰਨ ਲਈ ਮਹਾਰਾਜ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਕਿ ਉਹ ਕਿਹੜੀ ਚੀਜ਼ ਸੀ ਜੀ? ਪਹਿਰੈ ਰੈਣ ਕੈ ਵਣਜਾਰਿਆ ਮਿੱਤਰਾ। ਸਿਰਫ ਫਿਰ ਧਿਆਨ ਦਿਆ ਜੇ ਗੁਰਮੁਖੋ, ਮੈਂ ਗੱਲ ਵਾਰ-ਵਾਰ ਦੁਹਰਾ ਰਿਹਾ। ਗਈ ਬਹੌੜ ਕੀ ਹੈ? ਤੇ ਇਹਦਾ ਮਤਲਬ ਇਹ ਨਹੀਂ ਕਿ ਜੋ ਅਰਥ ਵਿਆਖਿਆ ਆਪਾਂ ਕਰ ਲੱਗੇ ਆ ਆਖਰੀ ਸੱਚ ਇਹ ਵੇ, ਜਿੰਨੀ ਕੁ ਸੋਝੀ ਦਾਤੇ ਦਿੱਤੀ। ਤੇ ਮਾਨਸੇ ਉਹ ਕਿਵੇਂ ਚਲੀ ਗਈ ਜੀ, ਜਿਹਨੂੰ ਕਹਿ ਰਹੇ ਨੇ ਵਾਪਸ ਆ ਜਾਏ? ਉਹ ਅਵਸਥਾ ਸੀ ਪਹਿਲਾ ਪੈਰ ਸਾਡੀ ਜ਼ਿੰਦਗੀ ਦਾ, ਜਦੋਂ ਜੀਵ ਦਾ ਮਾਤਾ ਦੇ ਉਦਰ ਵਿੱਚ ਨਿਵਾਸ ਹੈ। ਮੈਂ ਉੱਥੇ ਲਫ਼ਜ਼ ਜੀਵ ਵਰਤ ਰਿਹਾ। ਗੁਰੂ ਸਾਹਿਬ ਜੀ ਨੇ ਵੀ ਵਣਜਾਰਾ ਮਿੱਤਰ ਕਿਹਾ। ਉਹਦਾ ਬਾਹਰਮੁਖੀ ਆ ਕੇ ਫਿਰਕਾ ਕੀ ਬਣ ਗਿਆ, ਧਰਮ ਕੀ ਬਣ ਗਿਆ, ਕਿ ਉਹਦੀ ਆਸਥਾ, ਉਹਦਾ ਭਰੋਸਾ ਕੀ ਬਣ ਗਿਆ। ਪਰ ਜਨਮ ਤੋਂ ਪਹਿਲਾਂ ਤਾਂ ਸਭ ਨਾਲ ਖੇਡ ਇੱਕੋ ਜੀ ਵਾਪਰੀ ਹੈ ਨਾ। ਪਹਿਲੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਉਹਦੇ ਹੁਕਮ ਦੇ ਨਾਲ ਮਾਤਾ ਦੇ ਗਰਭ ਵਿੱਚ ਤੇਰਾ ਵਾਸ ਹੋ ਗਿਆ। ਉੱਥੇ ਇੱਕ ਬੜੀ ਕੀਮਤੀ ਚੀਜ਼ ਸੀ। ਉਹ ਮੈਂ ਸ਼ਬਦ ਚਲੋ ਚੀਜ਼ ਵਰਤ ਰਿਹਾ, ਪਦਾਰਥ ਕਹਿ ਲੋ, ਸੁਰਤ ਕਹਿ ਲੋ। ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਉਹਦੇ ਲਈ ਜਾਚਨਾ ਹੈ ਵਾਪਸ ਆ ਜਾਓ ਅਵਸਥਾ, ਉਹ ਸੁਰਤ, ਉਹ ਧਿਆਨ, ਉਹ ਅਰਦਾਸ ਮਿਲ ਜਾਏ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਿਖਾਣਾ, ਉਰਦ ਧਿਆਨ ਲਿਵ ਲਾਗਾ। ਫਿਰ ਬੇਨਤੀ ਸੁਣਿਓ, ਜਿਹੜੀ ਚਲੀ ਗਈ ਉਹ ਧਿਆਨ ਜਿਹੜਾ ਸੀ, ਉਹ ਪਰਮ ਸੱਤ ਨਾਲ ਜਿਹੜੀ ਲਿਵ ਜੁੜੀ ਸੀ, ਜਿਹੜੀ ਵਾਹਿਗੁਰੂ ਜੀ ਦੇ ਨਾਲ ਲਗਾਤਾਰ ਸੰਪਰਕ ਬਣਿਆ ਸੀ। ਕਿਉਂਕਿ ਜਿਵੇਂ ਆਪਾਂ ਨੂੰ ਆ 2-4 ਘੜੀਆਂ ਸਵਾਸ ਨਾ ਆਉਣ, ਚਲੋ ਮੈਂ ਘੜੀ ਸ਼ਬਦ ਵਰਤ ਰਿਹਾ, ਕਿ ਬੰਦੇ ਦੀ ਮੌਤ ਹੋ ਜਾਂਦੀ ਹੈ, ਮਾਤਾ ਦੇ ਉਦਰ ਵਿੱਚ ਨਿਰੰਤਰਤਾ ਸੀ। ਜੇ ਇੱਕ ਖਿੰਨ ਵੀ ਇਸ ਜੀਵ ਦੀ ਲਿਵ ਟੁੱਟਦੀ ਤੇ ਲਿਵ ਟੁੱਟਣਾ ਇਹਦੇ ਵਜੂਦ ਦਾ ਨਸ਼ਟ ਹੋ ਜਾਣਾ ਸੀ। ਮਹਾਰਾਜ ਕਹਿੰਦੇ ਉੱਥੇ ਨਿਰੰਤਰ ਸਾਡੀ ਜਿਹੜਾ ਧਿਆਨ ਹੈ ਉਹ ਪਰਮੇਸ਼ਵਰ ਦੇ ਵਿੱਚ ਜੁੜਿਆ ਹੋਇਆ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ।
ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲਿਵ ਲਾਗਾ ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੈ ਪਾਸ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਭਇਆ ਗਰਬਾਸ। ਹੁਣ ਇੱਥੇ ਮਨ ਚ ਆਵੇਗਾ ਵੀ ਇੱਥੇ ਤਾਂ ਕੁਝ ਗਿਆ ਹੀ ਨਹੀਂ, ਪਰ ਮੈਂ ਬੇਨਤੀ ਤਾਂ ਕਰ ਰਿਹਾ ਵੀ ਉਹ ਅਵਸਥਾ ਜਿਹੜੀ ਜਨਮ ਤੋਂ ਪਹਿਲਾਂ ਵੀ ਸੀ, ਇਸੇ ਕਰਕੇ ਮਹਾਰਾਜ ਨੇ ਫਿਰ ਦੂਜੇ ਪੈਰ ਚ ਲਿਖਿਆ ਕਿ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਜਿਹੜਾ ਧਿਆਨ ਵਿਸਰ ਗਿਆ ਉਹ ਗਈ, ਉਹ ਸੁਰਤ ਜਿਹੜੀ ਜੁੜੀ ਹੋਈ ਸੀ ਜਦੋਂ ਟੁੱਟ ਗਈ ਅਵਸਥਾ ਗਈ। ਮਹਾਰਾਜ ਕਹਿੰਦੇ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੁਦਾ ਘਰ ਕਾਨ। ਜਿਵੇਂ ਜਸ਼ੋਦਾ ਜੀ ਕ੍ਰਿਸ਼ਨ ਨੂੰ ਨਚਾ ਰਹੇ ਨੇ, ਇਸੇ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਨਚਾ ਰਹੀ ਹੈ। ਮੇਰੀ ਬੇਨਤੀ ਉਹ ਧਿਆਨ ਦੀ ਜਿਹੜੀ ਕਿਰਪਾ ਸੀ, ਇਹਨੂੰ ਥੋੜਾ ਜਿਹਾ ਹੋਰ ਭਾਈ ਸਾਹਿਬ ਨੇ ਤਾਂ ਹੋਰ ਵੀ ਇਹਦਾ ਖੁਲਾਸਾ ਬੜਾ ਵਧੀਆ ਕਰਤਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ, ਉਹ ਕਹਿੰਦੇ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਨਾ, ਮਨੁੱਖ ਮੇਲ ਫੀਮੇਲ ਕੋਈ ਇਸਤਰੀ ਪੁਰਸ਼ ਕੋਈ ਜਾਮਾ ਮਿਲੇ, ਆਪਾਂ ਸਾਰੇ ਜਾਣਦੇ ਹਾਂ ਬੱਚਾ ਜਨਮ ਤੋਂ ਬਾਅਦ ਇਹ ਰੋਂਦਾ ਹੈ। ਮੈਂ ਤਾਂ ਬੇਨਤੀ ਕਰ ਰਿਹਾ ਕਿਹੜੀ ਚੀਜ਼ ਗਵਾਚ ਗਈ ਜਿਹੜੀ ਰੱਬ ਦੁਬਾਰਾ ਲੈ ਆਉਂਦਾ ਹੈ? ਗਈ ਬਹੌੜ। ਅਸੀਂ ਬਾਹਰਮੁਖੀ ਵੀ ਅਰਥ ਦੇ ਕਰਾਂਗੇ। ਹੁਣ ਉਸ ਵਕਤ ਬੱਚੇ ਦਾ ਜਦੋਂ ਜਨਮ ਹੁੰਦਾ ਹੈ, ਆਪ ਸਭ ਨੂੰ ਪਤਾ ਹੈ ਕਿ ਬੱਚੇ ਦੀ ਤੰਦਰੁਸਤੀ ਦਾ ਪੈਮਾਨਾ ਕਹਿ ਲਓ ਇਹ ਹੈ ਕਿ ਜਨਮ ਤੋਂ ਬਾਅਦ ਜਾਂ ਜਨਮ ਵੇਲੇ ਬੱਚਾ ਰੋਂਦਾ ਹੈ। ਜੇ ਬੱਚਾ ਨਾ ਰੋਏ, ਡਾਕਟਰ ਨਰਸ ਦਾਈ ਉਹ ਸੋਚਦੀ ਬੱਚਾ ਤੰਦਰੁਸਤ ਤਾਂ ਹੈ, ਇਹ ਰੋਇਆ ਕਿਉਂ ਨਹੀਂ? ਸੱਚੀ ਮੁੱਚ ਉਹਨੂੰ ਰਵਾਇਆ ਵੀ ਜਾਂਦਾ ਹੈ। ਜਦੋਂ ਬੱਚਾ ਜਨਮ ਵੇਲੇ ਰੋਂਦਾ ਹੈ ਤੇ ਅਸੀਂ ਜਿਹੜੇ ਸੰਸਾਰੀ ਲੋਕ ਹਾਂ ਉਸ ਨੂੰ ਰੋਣਾ ਸੁਣ ਕੇ ਅਸੀਂ ਹੱਸਣ ਲੱਗ ਪੈਂਦੇ ਹਾਂ। ਬੜੀ ਵਿਪਰੀਤ ਜੀ ਖੇਡ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਹੈ, ਬੜੀ ਵਾਰੀ ਆਪ ਜੀ ਨੇ ਇੱਥੇ ਗੁਰਮੁਖਾਂ ਤੋਂ ਸਰਵਣ ਕੀਤਾ ਹੋਣਾ। ਬੱਚਾ ਰੋ ਰਿਹਾ ਹੈ ਤੇ ਕੋਲ ਪਰਿਵਾਰ ਦਾਦੀ ਦਾਦਾ ਨਾਨੀ ਨਾਨਾ ਜਿੰਨੇ ਬਾਕੀ ਜੀ ਨੇ ਪਰਿਵਾਰ ਦੇ ਉਹ ਹੱਸਦੇ ਪਏ ਆ। ਭਾਈ ਸਾਹਿਬ ਕਹਿੰਦੇ ਆ ਭਾਈ ਇਹਦੇ ਰੋਣ ਨਾਲ ਤੁਸੀਂ ਹੱਸ ਪਏ ਤੇ ਇੱਕ ਦੂਜੇ ਨੂੰ ਵਧਾਈ ਦਿੰਦੇ ਪਿਓ, ਵਧਾਈ ਹੋਵੇ ਜੀ, ਮੁਬਾਰਕਾਂ ਹੋਣ ਜੀ। ਕਹਿਣ ਲੱਗੇ ਘੱਟੋ ਘੱਟ ਉਹਦੇ ਤੋਂ ਤਾਂ ਪੁੱਛ ਲਓ ਜਿਹੜਾ ਰੋ ਰਿਹਾ ਇਹਨੂੰ ਕੀ ਮੁਸ਼ਕਲ ਹੋ ਗਈ, ਕਿਉਂਕਿ ਇਹਦਾ ਜਨਮ ਹੋਇਆ, ਇਹ ਕਿਉਂ ਰੋ ਰਿਹਾ? ਅੱਗੋਂ ਫਿਰ ਭਾਈ ਸਾਹਿਬ ਨੇ ਆਪੇ ਉੱਤਰ ਦਿੱਤਾ। ਕਹਿਣ ਲੱਗੇ ਸੰਸਾਰ ਦੇ ਲੋਗੋ ਆਪਾਂ ਹੱਸਨੇ ਆ, ਵਧਾਈਆਂ ਦਿੰਦੇ ਆ, ਬੱਚੇ ਦਾ ਜਨਮ ਹੋਇਆ ਉਹ ਇਸ ਕਰਕੇ ਰੋ ਰਿਹਾ ਹੈ ਕਿ ਪ੍ਰਮਾਤਮਾ ਭਾਵੇਂ ਮੈਂ ਮਾਂ ਦੇ ਉਦਰ ਵਿਸਾਂ, ਪੁੱਠਾ ਲਟਕਿਆ ਸਾਂ, ਅੱਗ ਵਿਸਾਂ, ਪਾਣੀ ਵਿਸਾਂ, ਪਰ ਘੱਟੋ ਘੱਟ ਤੇਰੀ ਲੇਵ, ਤੇਰਾ ਧਿਆਨ, ਤੇਰਾ ਸਿਮਰਨ ਮੇਰੇ ਧੁਰ ਅੰਦਰ ਨਿਰੰਤਰ ਚੱਲਦਾ ਸੀ। ਅੱਜ ਤਾਂ ਰੋਣਾ ਪਿਆ, ਅੱਜ ਦੀ ਗਵਾਚੀ ਹੋਈ ਅਵਸਥਾ ਪਤਾ ਨਹੀਂ ਦੁਬਾਰਾ ਨਸੀਬ ਹੋਣੀ ਹੈ ਕਿ ਨਹੀਂ। ਮੈਂ ਤਾਂ ਬੇਨਤੀ ਕੀਤੀ, ਗਈ ਬਹੌੜ ਦਾ ਅਰਥ ਬਹੁਤ ਗਹਿਰਾ ਹੈ। ਭਾਈ ਸਾਹਿਬ ਜੀ ਦਾ ਬੋਲ ਹੈ, ਭਾਈ ਗੁਰਦਾਸ ਸਾਹਿਬ ਜੀ ਦਾ, ਰੋਵੇ ਰਤਨ ਗਵਾਏ ਕੈ, ਉਹ ਗਵਾ ਬੈਠਾ ਰਤਨ, ਗਈ ਬਹੌੜ ਉਹ ਚਲੀ ਗਈ ਅਵਸਥਾ। ਰੋਵੇ ਰਤਨ ਗਵਾਏ ਕੈ ਮਾਇਆ ਮੋਹ ਗੁਬਾਰਾ। ਉਹ ਪਿਆਰਿਓ ਜਦੋਂ ਉਹ ਅਵਸਥਾ ਚਲੀ ਗਈ, ਉਹ ਰੋਵੇ ਦੁੱਖ ਆਪਣਾ ਖਾਸਸ ਗਾਵੇ ਸਭ ਪਰਿਵਾਰਾ। ਉਹ ਆਪਣਾ ਦੁੱਖ ਰੋ ਰਿਹਾ ਹੈ ਕਿ ਮੇਰਾ ਕੀਮਤੀ ਖਜ਼ਾਨਾ ਗਵਾਚ ਗਿਆ ਤੇ ਸੰਸਾਰ ਜਿਹੜਾ ਉਹ ਵਧਾਈਆਂ ਦੇ ਰਿਹਾ ਹੈ। ਮੇਰੇ ਕਹਿਣ ਤੋਂ ਮੁਰਾਦ ਉਹ ਸੁਰਤ, ਉਹ ਅਵਸਥਾ ਜਿਹੜੀ ਗਵਾਚ ਜਾਏ, ਵਾਹਿਗੁਰੂ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰੀਏ ਤੁਸੀਂ ਗਵਾਚੀ ਹੋਈ ਅਵਸਥਾ ਵੀ ਦੁਬਾਰਾ ਲੈ ਆਉਂਦੇ ਹੋ। ਉਹ ਸੁਰਤ ਦੀ ਇਕਾਗਰਤਾ। ਦੋ ਬਚਨ ਜੀ ਹੋਰ ਲੈ ਲੈਣੇ। ਕਬੀਰ ਸਾਹਿਬ ਦਾ ਸ਼ਲੋਕ ਹੈ ਜੀ, ਇੱਕ ਸ਼ਲੋਕ ਦਾ ਨੰਬਰ ਹੈ 153 ਤੇ ਇੱਕ ਹੈ 163। ਉਹ ਸ਼ਲੋਕ ਨੇ, ਉਹਦੇ ਵਿੱਚ ਉਹਨਾਂ ਦਾ ਇੱਕ ਬਚਨ ਤਾਂ ਹੈ, ਕਬੀਰ ਜੈਸੀ ਉਪਜੀ ਪੇੜ ਤੇ ਗਈ ਬਹੌੜ ਮੈਂ ਅਰਜ਼ ਕਰ ਲਗਾ। ਇਹਦੇ ਦੋ ਤਰੀਕਿਆਂ ਨਾਲ ਅਰਥ ਕੀਤੇ ਨੇ ਗੁਰਮੁਖ ਵਿਦਵਾਨਾਂ ਨੇ। ਜਦੋਂ ਰੁੱਖ ਜ਼ਮੀਨ ਚੋਂ ਨਿਕਲਦਾ ਹੈ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਗਏ ਔੜ, ਹੀਰਾ ਕਿਸਕਾ ਬਾਪੜਾ ਰਤ ਪੂਜਾ ਨ ਰਤਨ ਕਰੋੜ। ਇਸ ਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ। ਅਖਰੀ ਅਰਥ ਗੁਰਮੁਖ ਵਿਦਵਾਨ ਇਹ ਕਰਦੇ ਆ ਕਿ ਜਦੋਂ ਇੱਕ ਬੀਜ ਵਿੱਚੋਂ ਅੰਕੁਰ ਨਿਕਲਦਾ ਹੈ, ਅਸੀਂ ਇਸ ਸ਼ਲੋਕ ਦੇ ਅਰਥ ਕਰ ਰਹੇ ਹਾਂ, ਤੇ ਉਹ ਆਪ ਜੀ ਦੇਖਦੇ ਹੋ ਉਹ ਰੁੱਖ ਜਦੋਂ ਬਣਨਾ ਸ਼ੁਰੂ ਕਰਦਾ ਹੈ
ਤੇ ਕਿੰਨਾ ਉਹ ਕੋਮਲ ਹੁੰਦਾ ਹੈ। ਉਹਦੇ ਪੱਤੇ ਬੜੇ ਕੋਮਲ ਨੇ, ਉਹਦਾ ਰੰਗ ਬੜਾ ਚੰਗਾ ਲੱਗਦਾ ਹੈ। ਉਹ ਜਿਹੜੇ ਪਾਸੇ ਝੁਕਾਓ ਇੰਨਾ ਉਹ ਲਚਕੀਲਾ ਹੈ, ਖੱਬੇ ਸੱਜੇ ਨੀਵਾਂ ਉੱਚਾ, ਜਿੱਧਰ ਝੁਕਾਓ ਉਹ ਨਿੱਕਾ ਜਿਹਾ ਪੇਡਾ ਉਧਰ ਝੁਕ ਜਾਂਦਾ ਹੈ। ਇੱਕ ਤਾਂ ਅਰਥ ਗੁਰਮੁਖਾਂ ਇਹ ਕੀਤੇ ਕਿ ਜਿਵੇਂ ਇੱਕ ਰੁੱਖ ਦੀ ਸ਼ੁਰੂਆਤ ਵੇਲੇ ਲਚਕੀਲਾਪਨ, ਨਿਮਰਤਾ, ਤਰੋ ਤਾਜ਼ਗੀ ਹੈ, ਜੇ ਇਸੇ ਤਰ੍ਹਾਂ ਤਰੋ ਤਾਜ਼ਗੀ ਰਹਿੰਦੀ ਮਰਦੇ ਦਮ ਤੱਕ, ਸੱਚ ਇਹ ਵੇ ਕਿ ਬੰਦੇ ਦੀ ਕੀਮਤ ਰਤਨਾਂ ਤੇ ਹੀਰਿਆਂ ਨਾਲ ਵੀ ਨਹੀਂ ਸੀ ਪੈ ਸਕਣੀ। ਸਿੱਧੇ ਅਰਥ ਇਹ ਕੀਤੇ ਗਏ। ਪਰ ਮੈਂ ਜਦੋਂ ਸਵੇਰੇ ਸਤਿਗੁਰਾਂ ਨੇ ਬਚਨ ਕੀਤਾ, ਮਨ 'ਚ ਸ਼ਲੋਕ ਆਇਆ, ਇਹਦੇ ਅਰਥ ਥੋੜਾ ਜਿਹਾ ਧਿਆਨ ਦੇ ਕੇ ਆਪ ਜੀ ਸੁਣਿਓ ਗੁਰਮੁਖੋ। ਕਿਉਂਕਿ ਜੇ ਰੁੱਖ ਦੇ ਅਰਥ ਵੀ ਲਈਏ, ਇੱਕ ਤਾਂ ਬਾਹਰਮੁਖੀ ਅਰਥ ਕਰ ਰਹੇ ਜੇ ਪੇੜ, ਰਤਨ, ਹੀਰਾ, ਇਹ ਬਾਹਰਮੁਖੀ ਅਰਥ ਕਰਨੇ ਪੈਣਗੇ। ਹੁਣ ਜਦੋਂ ਇਹ ਰੁੱਖ ਨਿਕਲਦਾ ਹੈ, ਬਣਦਾ ਹੈ ਪੇਡਾ, ਅਰਜ਼ ਕੀਤੀ ਉਹਦੇ ਪੱਤੇ ਕਿੰਨੇ ਕੋਮਲ ਨੇ। ਆਪ ਜੀ ਦੇਖਿਓ ਇੰਨੇ ਸੋਹਣੇ ਲੱਗਦੇ ਨੇ ਅੱਖਾਂ ਨੂੰ, ਪਰ ਸਮਾਂ ਪਾ ਕੇ ਉਹ ਪੱਤੇ ਜਦੋਂ ਅੱਤ ਦੇ ਖਰੇ ਹੋ ਜਾਂਦੇ ਆ, ਜਿਹੜੀ ਕੋਮਲਤਾ ਉਹਨਾਂ ਦੇ ਜਨਮ ਵੇਲੇ ਨਾ, ਕੁਝ ਮਹੀਨਿਆਂ ਤੋਂ ਬਾਅਦ ਪੱਤਿਆਂ ਕੋਲ ਉਹ ਕੋਮਲਤਾ ਨਹੀਂ ਰਹਿੰਦੀ, ਉਹ ਖਰਵੇ ਜਿਹੇ ਹੋ ਜਾਂਦੇ ਆ ਜੀ। ਹੈ ਹਰੇ ਖੈਨ ਪਰ ਉਹ ਖਰਵੇ ਹੋ ਗਏ। ਹੁਣ ਉਹੀ ਪੱਤਾ ਕੋਈ ਸਮੇਂ ਦੇ ਬਾਅਦ ਰੰਗ ਬਦਲਦਾ ਹੈ ਤੇ ਪੀਲਾ ਹੋ ਕੇ ਪਾਣੀ ਨਾਲੋਂ ਟੁੱਟ ਜਾਂਦਾ ਹੈ। ਇਹਦਾ ਮਤਲਬ ਇੱਕ ਗੁਰਮੁਖ ਅਰਥ ਇਹ ਕਰਦੇ ਆ ਕਿ ਜਦੋਂ ਬੰਦਾ ਕਿਸੇ ਚੀਜ਼ ਨੂੰ ਸਭ ਤੋਂ ਪਹਿਲਾਂ ਮਿਲਦਾ ਹੈ ਨਾ ਜੀ, ਸੱਚੀ ਇਹ ਪ੍ਰਮਾਤਮਾ ਵਾਲੇ ਪਾਸੇ ਵੀ ਸੰਸਾਰੀ ਤੌਰ ਤੇ ਇੰਨਾ ਇਮੋਸ਼ਨਲ ਹੋ ਕੇ ਮਿਲਦਾ, ਪੁੱਛੋ ਕੁਝ ਨਾ, ਅੱਖਾਂ ਭਿੱਜੀਆਂ ਨੇ, ਹਟਕੋਰੇ ਲੈਂਦਾ ਹੈ। ਪਰ ਕੁਝ ਦਿਨਾਂ ਤੋਂ ਬਾਅਦ ਮਾਇਆਵੀ ਸੁਰਤ ਜਦੋਂ ਖਚਤ ਹੁੰਦੀ ਹੈ ਮਾਇਆ 'ਚ, ਉਹੀ ਜਿਹੜਾ ਨਾਮ ਲੈਂਦਿਆਂ ਖਟਕੋਰੇ ਭਰਦਾ ਸੀ, ਐਸਤਾ ਐਸਤਾ ਉਹਦੇ ਗਲੇ ਤੋਂ ਬਾਹਰ ਹੀ ਕੇਵਲ ਨਾਮ ਰਹਿ ਜਾਂਦਾ, ਅੰਦਰ ਕੋਈ ਅਸਰ ਹੀ ਨਹੀਂ ਹੁੰਦਾ। ਹੁਣ ਜਿਹੜੀ ਅਵਸਥਾ ਪਹਿਲਾਂ ਸੀ ਜਦੋਂ ਸ਼ੁਰੂਆਤ ਹੋਈ, ਉਹ ਅਵਸਥਾ ਸਮਾਂ ਪਾ ਕੇ ਬੰਦਿਆਂ ਦੀ ਚਲੀ ਗਈ। ਹਾਂ ਹੁਲਾਰਾ ਜ਼ਰੂਰ ਮਿਲਿਆ, ਨੇਤਰ ਭਿੱਜੇ ਬਾਣੀ 'ਚ ਮਨ ਲੱਗਾ, ਚਿੱਤ ਨੇ ਕਿਹਾ ਬਸ ਨਾਮ ਤੋਂ ਬਿਨਾ ਕੁਛ ਨਹੀਂ। ਪਿਆਰਿਓ ਉਹ ਲਚਕੀਲਾਪਣ, ਉਹ ਕੋਮਲਤਾ ਜਦੋਂ ਬਾਹਰਮੁਖੀ ਸਮੇਂ ਨੇ ਪ੍ਰਭਾਵ ਪਾਇਆ, ਜਿਵੇਂ ਪੱਤਾ ਕੋਮਲ ਤੋਂ ਖਰਵਾ ਹੋ ਜਾਂਦਾ ਹੈ, ਉਹੀ ਬੰਦਾ ਫਿਰ ਰੱਬ ਦੀ ਗੱਲ ਤਾਂ ਕਰਦਾ ਪਰ ਅੰਦਰੋਂ ਖਰਵਾ ਜਿਹਾ ਹੋਇਆ ਬੈਠਾ ਰਹਿੰਦਾ। ਹਜ਼ੂਰ ਨੇ ਇੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਗੁਰਸਿੱਖੋ, ਪੱਤਾ ਜਿਹੜਾ ਹੈ ਉਹ ਕੋਮਲਤਾ, ਲਚਕੀਲਾਪਣ ਰੁੱਖ ਖਰਾ ਉਹਦਾ ਮੁੱਕ ਸਕਦਾ ਹੈ, ਪਰ ਜਿਹੜਾ ਹੀਰਾ ਹੈ ਨਾ, ਜ਼ੋਰੀ ਸੱਜਣ ਜੇ ਸੁਣਦੇ ਹੋਣ, ਉਸ ਹੀਰੇ ਨੂੰ ਚਿਣੀ ਚਿਣੀ ਵੀ ਕਰ ਦਿਓ ਨਾ ਤਾਂ ਉਹ ਘਸਦਾ ਹੈ, ਪੱਥਰ ਘਸ ਜਾਏਗਾ, ਹੀਰੇ ਨੂੰ ਕਿਹੜਾ ਘਸਾ ਸਕਦਾ ਹੈ ਜੀ। ਉਹਦਾ ਟੁਕੜੇ ਕਰ ਦਿਓ, ਜੋ ਮਰਜ਼ੀ ਕਰ ਦਿਓ, ਉਹ ਆਪਣੇ ਗੁਣ ਨੂੰ ਕਦੀ ਨਹੀਂ ਛੱਡਦਾ। ਇੱਥੇ ਫਿਰ ਦੂਜਾ ਅਰਥ ਇਉਂ ਕਰਾਂਗੇ ਕਿ ਅਸਲ 'ਚ ਆਤਮਿਕ ਬਿਰਤੀ ਜਿਹੜੀ ਹੀਰੇ ਦੀ ਤਰ੍ਹਾਂ ਬਣ ਜਾਏ ਕਿ ਜਿਹਦੇ ਵਿੱਚ ਕੋਈ ਤਬਦੀਲੀ ਨਾ ਆਵੇ। ਇਸ ਤੋਂ ਅੱਗੇ ਕਬੀਰ ਸਾਹਿਬ ਹੋਰ ਫਿਰ ਗੱਲ ਕਰਨ ਲੱਗੇ, ਕਹਿਣ ਲੱਗੇ ਹੋ ਸਕਦਾ ਹੀਰਾ ਵੀ ਖੰਡਿਤ ਹੋ ਜਾਏ, ਪਰ ਜਿਸ ਬੰਦੇ ਦੇ ਅੰਦਰ ਉਹੋ ਜਿਹਾ ਪ੍ਰੇਮ ਬਣਿਆ ਰਹੇ ਜਿਹੜੀ ਸ਼ੁਰੂਆਤ ਸੀ, ਮਰਦੇ ਦਮ ਤੱਕ ਉਹ ਚਾਹ, ਉਹ ਉਮਾ, ਉਹ ਖੇੜਾ ਬੰਦਗੀ ਦਾ ਬਣਿਆ ਰਹੇ। ਕਹਿਣ ਲੱਗੇ ਕੀ ਰਤਨ ਤੇ ਕੀ ਹੀਰੇ, ਉਹਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ ਜਿਹਦੀ ਆਤਮਿਕ ਅਵਸਥਾ ਸਦਾ ਥਿਰ ਰਹਿੰਦੀ ਹੈ। ਫਿਰ ਬੇਨਤੀ ਸੁਣਿਓ ਕਿ ਇਹਦਾ ਮਤਲਬ ਉਹ ਦਿਨ ਚਲੇ ਗਏ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੇ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨਾ ਰਤਨ ਕਰੋੜ। ਹੀਰਾ ਭਾਵੇਂ ਸਥਿਰ ਅਵਸਥਾ ਰੱਖਦਾ ਹੈ, ਪਰ ਸਮੇਂ ਨਾਲ ਹੋ ਸਕਦਾ ਉਹ ਖੰਡਿਤ ਹੋ ਜਾਏ, ਪਰ ਆਤਮਿਕ ਅਵਸਥਾ ਜਿਹੋ ਜੀ ਲਿਵ ਮਾਂ ਦੇ ਉਦਰ ਵੀ ਸੀ, ਜੇ ਕਿਤੇ ਮਰਦੇ ਸਮੇਂ ਵੀ ਲਿਵ ਉਸੇ ਤਰ੍ਹਾਂ ਰਹਿੰਦੀ ਜਿਵੇਂ ਜਨਮ ਲੈ ਕੇ ਪਹਿਲਾ ਸਾਹ ਤੂੰ ਲਿਵ ਚ ਲਿਆ, ਤੇ ਮਰਦਿਆਂ ਜੇ ਕਿਤੇ ਆਖਰੀ ਸਾਹ ਲਿਆ ਹੁੰਦਾ ਤੇ ਤੇਰੀ ਕੀਮਤ ਕੋਈ ਪੈ ਨਹੀਂ ਸਕਦੀ। ਉਸ ਅਵਸਥਾ ਨੂੰ ਕਾਇਮ ਰੱਖ ਦੋ। ਪਰ ਇੱਥੇ ਬੇਨਤੀ ਹੈ, ਨਿਰਾਸ਼ ਨਹੀਂ ਹੋਣਾ। ਅੱਜ ਗੁਰੂ ਸਾਹਿਬ ਨੇ ਬੜਾ ਧੀਰੀ ਦਿੱਤਾ, ਗਈ ਬਹੋੜ ਬੰਦੀ ਛੋੜ। ਮਹਾਰਾਜ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨ ਰਤਨ ਕਰੋੜ। ਦੂਸਰੀ ਬੇਨਤੀ ਇੱਕ ਹੋਰ ਮੈਂ ਕਰ ਦੇਣਾ, ਕਈ ਵਾਰੀ ਕੋਈ ਚੀਜ਼ ਗਵਾਚ ਜਾਏ ਨਾ ਜੀ, ਮਰ ਜਾਏ, ਪੈਸਾ ਮਰ ਜਾਏ, ਕੋਈ ਚੀਜ਼ ਗਵਾਚ ਜਾਏ, ਤੇ ਫਿਰ ਕਦੀ ਤੁਸੀਂ ਦੇਖਿਓ ਬੰਦਾ ਧਰਮ ਵਾਲੇ ਪਾਸੇ ਬੜੇ ਚਾਅ ਨਾਲ ਆਉਂਦਾ। ਇਹ ਅਸਲੀਅਤ ਹੈ। ਜਦੋਂ ਬੰਦੇ ਨੂੰ ਲੋਹਾ ਹੈ ਤਾਂ ਸਵਾਰਥੀ ਮਾਣੀ ਨਾ, ਜਦੋਂ ਲੋੜ ਪੈਂਦੀ ਏ ਗੁਰਮੁਖੋ ਉਦੋਂ ਪੁੱਛੋ ਕੋਈ ਨਾ,
उदों मेरा गुरु ही सब कुछ, मेरा परमात्मा ही सब कुछ, मैं इन्नी सेवा करना, मैं इन्नियां माला जपना, मैं इन्ने पाठ करना। ते जे काम निकल जाए, कहता नहीं जी हुण बिजी इन्ने को हो गया, हुण तां नितनेम दा वेल भी नहीं मिलता। वाह ओ बंदिया, जदों तेरे पल्ले कुछ नहीं सी उदों तू बेनतियां अरदासां कीतियां, शब्द पुछदा फिरदा। मैं जदों कथा तो बाहर निकलना ना जी, मैं वैसे लाइव कहना नहीं चाहिए, बीबियां भैणां कई मिलदे आ, बच्चे दे सिर ते हथ रखो जी, बाबा जी अरदास करो। मैं कि तुहानूं बेनती करां, जे इस दर ते आके भी बंदे दे सिर हथ सिर ते रखाना, याद रखियो पूरी किसे थां तो नहीं पैनी। बड़ी मैं सख्ती शब्द कह रहे, मैं भी आया तुसी भी आए हो। एक पासे तुसी कह रहे हो डिठे सभे थाम नहीं तुद जिहा, ते जे इहदे वर्गा थां कोई नहीं, फिर बंदे दी आस मत रखो। गुरु रामदास दे चरनां विच चुकीए, बाणी पढ़िए, खत्ती सेवा करिए, सिमरन करिए। फिर ही मेरी बेनती है, बंदा जदों कोई चीज़ मिल प्राप्त करनी हुंदी उदों बड़ियां अरदासां बेनतियां करदा है, ते करनी भी चाहिए। जी की बिरथा होए सो गुर पै अरदास कर, कहो बिनंती अपने सतगुर पाहे, काज तुम्हारे दे निभाखे। बेनती करिए मालक तू साडी लोड़ पूरी कर, पर बेनती है लोड़ पूरी हो जाए फिर ओना पाठ क्यों नहीं करता जिन्ना लोड़ वेले कीता, ओना झाड़ू पोचा क्यों नहीं लांदा जिन्नी लोड़ वेले कीता। इहदा मतलब तेरे अंदर लालच सी, तेरे अंदर प्रेम नहीं, तू लालच दे अधीन इमोशनल होके रोई जांदा से। गरीब नू रख लै, जिदन तेरा लालच पूरा हो गया तेरियां अखां ही बदल गई, अखां च पानी कित्थे होना। महाराज ने क्या कबीर काम परै खर सिमरी है, ऐसा सिमरो नित। गई बहौड़ मैं अर्ज कर रहा, जे काम पैंदा तू चेते कर रहा परमात्मा, काम परै खर सिमरी है, ऐसा सिमरो नित। अमरापुर बासा करो खर गया बहौरै बित। एक तां तेनू अमरापुर रब दे घर च थां मिलूगी, ओ बंदिया दूजा जिहड़ा तेरा बितदर ते खजाना पैसा डुब गया मर गया, तू वाहिगुरू दे चरनां च बेनती कर, तेरे मरे हुए धन नूं भी वापस लै आवेगा। इहदा भाव अर्थ जेड़ी तेरी सुरत, जेड़ी तेरी लिव बंदगी च जुड़ी हुई गवाच गई है ना, तू बेनती कर, गुरु तेरी उस गवाची हुई सुरत नूं भी वापस लै आएगा। मैं इत्थे थोड़ी जी तां इस गल ते जोर दिता कि गई बहौड़, हुण एक घटना असीं लै लैने आ, ये सारी कथा सौखी होर सरल हो जाएगा काम। गल सिर्फ कथा का मतलब एक है कि जिहड़ा शब्द आया है आपां ओहदी विचार करनी। मैं उंज हर साल बेनती करना कि मंजी साहिब दी शब्द दी कथा, शब्द दी ही कथा रहन दईए प्लीज़। मेरी फिर अर्ज है, गुरु ने जो हुक्म दिता ਉਹਦੇ हुक्म के दायरे विच रह के आपां चलीए। हजूर सच्चे पातशाह महाराज जी ने इत्थे एक घटना वापरी अमृतसर गुरु साहब दे वेले, तुहानूं सब नूं चेते वे। कदी अवस्था सी शब्द रह गए पर अवस्था गवाच गई। आप सब नूं पता है कि गुरु अर्जुन देव महाराज जिथे अज हरमंदर साहिब है ना जी, जदों सरोवर नहीं सी अजे पट्टिया, गुरु रामदास जदों आए सन, कुछ विद्वान ये कहते ने इस जगह ते गुरु रामदास जी शब्द कीर्तन इत्थे दीवान लगदा हुंदा सी। बाद विच हरमंदर साहिब बनदा है ना जी, गुरु अर्जुन देव बनाउंदे आ, इत्थे कीर्तन शब्द हुंदा सी, रोजाना दीवान सजने। गुरु अर्जुन देव दा वेला वाया, आप सब नूं पता है कि भाई सत्ता जी ते भाई बलवंड जी, उंज वैसे विद्वान कहंदे आ राय दी पदवी गुरु अंगद देव वल्लों मिली कोई सी बलवंड जी नूं। क्योंकि जदों असीं वार पढ़ने हैं ना, रामकली की वार राय बलवंड तथा सतै डूम आखी, राय दी पदवी मिली। कोई सज्जन गुरु अर्जुन देव का जिक्र करते आ, पर राय की पदवी सी। एडे सोहने कमाल दे गवैये सन, ये रबाबी सन गुरु घर दे। मैं ज़्यादा डिटेल च नहीं, किन्ने कमाल का कीर्तन करना जी, संगत ऐ सुन हो जाना कीर्तन जदों होना, पर समय का कोई पता नहीं हुंदा प्यारिओ। मैं एक दिन क्या सी कि दुध कट्ठा कीता होवे, भाई साहब भाई गुरदास साहब दे बचन ने, मझां नूं चरा के गावां नूं चरा के दुध कट्ठा कीता होवे, ऐ भांडा टप दुध दा भर के रखिया होवे, ते ओहदे विच एक कांजी दी बूंद सट दिओ ना, वो दुध सारा फट जांदा है। दुध
एक कांजी दी बूंद नाल फड़ जांदा है। रूह भावें कई सालां दा इकट्ठा कीता होवे, एक निक्की जी चिनग विच रख दिओ ते सालां दा इकट्ठा कीता रूह सड़ के सवाह हो जांदा है। आ शरीर 70 72 50 साल 100 साल कहो, इन्ना कोई शरीर पलिया होवे, एक निक्का जिहा जहर दा थोड़ा जिहा हिस्सा जीव ते रखो ते बंदा मर जांदा है। कई वारी कीते होए जिहड़े गुण ने ना, ਉਹਦੇ ਵਿੱਚ ਹੰਕਾਰ ਦੀ ਨਿੱਕੀ ਜੀ ਬੂੰਦ ਪੈ ਦੇ, ਉਹ ਗੁਣਾਂ ਨੂੰ ਵੀ ਵਿਗਾੜ ਕੇ ਰੱਖ ਦਿੰਦੀ ਹੈ, ਕਿਸੇ ਪੱਖ ਤੋਂ ਵੀ ਹੋਵੇ। ਹੁਣ ਉਹ ਕੀਰਤਨ ਕਰ ਰਹੇ ਆ, ਪਰ ਯਾਦ ਰੱਖੋ ਵਿਸ਼ਾ ਆਪਣਾ ਇਹ ਗਈ ਬਹੌੜ, ਕਿੰਨੇ ਕਮਾਲ ਦਾ ਕੀਰਤਨ ਕਰਦੇ ਨੇ ਦੋਨੋਂ। ਚਲੋ ਇਹ ਬਿਰਤੀ ਆ ਗਈ ਨਾ ਕਿ ਮਹਾਰਾਜ ਜੀ ਦੇ ਅੱਗੇ ਪਏ ਕੋਈ ਮਾਇਆ ਨੂੰ ਭੇਟਾਂ ਨੂੰ ਵੇਖ ਕੇ ਆ, ਇਹ ਹੀ ਮੇਰੇ ਘਰ ਆ ਜਾਏ। ਨਹੀਂ ਪਿਆਰਿਓ, ਯਾਦ ਰੱਖਿਓ, ਜਿਹੜੇ ਬੰਦਿਆਂ ਨੂੰ ਗੁਰੂ ਕੀ ਗੋਲਕ ਦੀ ਝਾਕ ਪੈ ਜਾਏ, ਉਹਨਾਂ ਦੀਆਂ ਪੁਸ਼ਤਾਂ ਦਾ ਖਾਤਮਾ ਹੋ ਜਾਂਦਾ ਹੈ। ਇਹ ਸੱਚਾਈ, ਇਹ ਸਮਾਂ ਕਦੀ ਇਹ ਗੁਰੂ ਮੌਕੇ ਦਿੰਦਾ ਹੈ, ਬੰਦਾ ਹੁਣ ਬੰਦਾ ਬਣ, ਹੁਣ ਬਣ, ਹੁਣ ਬਣ। ਜਦੋਂ ਬੰਦਾ ਨਾ ਹੀ ਸੁਧਰੇ ਨਾ, ਯਾਦ ਰੱਖਿਓ ਸਿਰ ਤੋਂ ਪਾਣੀ ਲੰਘ ਜਾਏ, ਫਿਰ ਕਰਤਾ ਆਪਣੇ ਫੈਸਲੇ ਸੁਣਾਉਂਦਾ ਹੈ। ਸਿਰਫ ਇੰਨੀ ਧਿਆਨ ਆ ਗਿਆ ਜੇ ਇਹ ਸਾਡੇ ਕੋਲ ਹੁੰਦੀ, ਇਹੀ ਕਹਿ ਦਿੱਤਾ ਸਾਨੂੰ ਇਹ ਚਾਹੀਦੀ ਹੈ, ਮੈਂ ਮੁੱਕ ਦੀ ਗੱਲ ਕੀ, ਉਹ ਵਿਟਰ ਗਏ ਜੀ, ਉਨੀ ਮਾਇਆ ਨਹੀਂ ਹੋ ਸਕੀ, ਸ਼ਾਦੀ ਸੀ। ਹੁਣ ਇਹ ਗੱਲ ਯਾਦ ਰੱਖੋ ਜਿਹੜੀ ਮੈਂ ਅਰਜ਼ ਕਰਨ ਲੱਗਾ, ਗਈ ਬਹੌੜ। ਕਿ ਜਦੋਂ ਮਹਾਰਾਜ ਜੀ ਨੂੰ ਉਹਨਾਂ ਨੇ ਸ਼ਬਦ ਕਹੇ, ਦੇਖੋ ਜੀ ਆਦ ਗੁਰੂ ਸਾਹਿਬ ਜੀ ਬਾਰੇ ਬੋਲੇ, ਜੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਕੀਰਤਨ ਨਾ ਕਰਦੇ ਤੇ ਕੌਣ ਜਾਣਦਾ ਉਹਨਾਂ ਨੂੰ। ਇਹੀ ਸ਼ਬਦ ਕਹੇ ਗੁਰੂ ਅਰਜਨ ਦੇਵ ਜੀ ਨੇ ਕਿਹਾ, ਫਿੱਟ ਗਏ ਨੇ। ਕੋਈ ਸਿੱਖ ਇਹਨਾਂ ਨੂੰ ਮੂੰਹ ਨਾ ਲਾਏ, ਜਿਹੜਾ ਲਾਏਗਾ ਉਹਨੂੰ ਨਸ਼ਰ ਕੀਤਾ ਜਾਏਗਾ। ਤੇ ਮੈਂ ਆਪ ਨੂੰ ਪਿਛਲੇ ਸਾਲਾਂ 'ਚ ਅਰਜ਼ ਕੀਤੀ ਸੀ, ਨਸ਼ਰ ਇੱਕ ਸਜ਼ਾ ਹੁੰਦੀ ਹੈ ਜੀ। ਉਂਝ ਵੈਸੇ ਅਸੀਂ ਲਫ਼ਜ਼ ਨਸ਼ਰ ਵਰਤ ਦਿੰਦੇ ਹਾਂ ਕਿ ਨਸ਼ਰ ਕਰਨ ਦਾ ਮਤਲਬ ਸੀ ਉਸ ਵੇਲੇ ਕਿ ਗਧੇ ਤੇ ਬਿਠਾਣਾ, ਮੂੰਹ ਤੇ ਕਾਲਖ ਮਲਣੀ, ਗਲ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਦੇਣਾ, ਨਸ਼ਰ ਕਰਨਾ ਸ਼ਬਦ ਵਰਤਦੇ ਸਨ। ਨਸ਼ਰ ਕੀਤਾ ਜਾਏਗਾ, ਚਲੇ ਗਏ। ਇਹੀ ਕਿਹਾ ਜਿੱਥੇ ਬੈਠਾਂਗੇ ਕੀਰਤਨ ਕਰਾਂਗੇ। ਹੁਣ ਇਹ ਗੱਲ ਧਿਆਨ ਨਾਲ ਮੇਰੀ ਸੁਣਿਓ, ਉਹਨਾਂ ਨੂੰ ਬਾਣੀ ਨਹੀਂ ਭੁੱਲੀ, ਰਬਾਬ ਦੀਆਂ ਤਾਰਾਂ ਤਰਬਾਂ ਨਹੀਂ ਭੁੱਲੀਆਂ, ਉਹਨਾਂ ਨੂੰ ਰਾਗ ਨਹੀਂ ਭੁੱਲੇ, ਉਹਨਾਂ ਨੂੰ ਆਸਾ ਕੀ ਵਾਰ ਪੜਤਾਲ ਗਾਇਕੀ ਬਿਲਕੁਲ ਨਹੀਂ ਭੁੱਲੀ। ਪਰ ਕੀ ਕਾਰਨ ਕਿ ਉਹਨਾਂ ਦੀ ਗਾਇਕੀ ਵਿੱਚ ਸ਼ਬਦ ਵੀ ਹੋ ਤੇ ਬੰਦੇ ਵੀ ਹੋ, ਪਰ ਹਕੀਕਤ ਇਹ ਵੇ ਕਿ ਅੰਦਰੋਂ ਰਸ ਸੁੱਕ ਗਿਆ। ਕਿਉਂ? ਕਿਉਂਕਿ ਜਿਹੜੀ ਅੰਦਰ ਦੀ ਅਵਸਥਾ ਗੁਰੂ ਨੇ ਕੀਰਤਨ ਵੀ ਦਿੱਤੀ ਹੋਈ ਸੀ, ਉਹ ਅੰਦਰੋਂ ਜਾ ਚੁੱਕੀ ਹੈ। ਇਹਨੂੰ ਫਿਰ ਥੋੜਾ ਜਿਹਾ ਸਮਝਣ ਲਈ ਕਿਸੇ ਇੱਕ ਬਚਨ ਲੈਨੇ ਆ ਗੁਰੂ ਗ੍ਰੰਥ ਸਾਹਿਬ ਚੋਂ। ਇਹ ਵੀ ਭਗਤ ਕਬੀਰ ਸਾਹਿਬ ਦੀ ਸ਼ਲੋਕ ਹੈ ਜੀ। ਅੰਬ ਵਿਸਾਖ ਵਿੱਚ ਬੂਰ ਪੈਂਦਾ ਹੈ, ਜੇਠ ਹਾੜ 'ਚ ਹਨੇਰੀਆਂ ਚੱਲਦੀਆਂ ਸਨ ਪਹਿਲਾਂ, ਅੱਜ ਕੱਲ੍ਹ ਨਹੀਂ ਇੰਨੀਆਂ। ਉਹ ਅੱਧਾ ਕੁ ਬੂਰ ਝਾੜ ਜਾਂਦੀਆਂ ਸਨ। ਜਦੋਂ ਇਹ ਪੂਰਾ ਹਨੇਰ ਆਉਂਦਾ ਸੀ, ਕਈ ਵਾਰੀ ਇੰਨੀ ਤੇਜ਼ ਹਵਾ ਆਉਣੀ ਕਿ ਅੰਬ ਦੇ ਫਲ ਨੂੰ ਝਟਕਾ ਲੱਗਣਾ। ਉਹ ਨਿੱਕੀ ਜੀ ਕੱਚੀ ਅੰਬੀ ਉੱਤੋਂ ਟਾਹਣੀ ਨਾਲ ਜੁੜੀ ਰਹਿੰਦੀ ਸੀ, ਝਟਕਾ ਵੱਜਣ ਨਾਲ ਥੱਲਿਓਂ ਟੁੱਟ ਜਾਂਦੀ ਸੀ ਵਿੱਚੋਂ। ਛਿੱਲੜ ਉਹਦੀ ਛਿਲਕਾ ਜੁੜਿਆ ਪਰ ਅੰਦਰੋਂ ਟੁੱਟ ਗਈ। ਉਹਦੇ ਵਰਗੇ ਅੰਬ ਜਿਹੜੇ ਝਟਕੇ ਨੂੰ ਸਹਿ ਗਏ, ਤੂਫਾਨ ਦੇ ਝਟਕੇ ਵਿੱਚ ਉਹ ਅੰਦਰੋਂ ਟੁੱਟੇ ਨਹੀਂ। ਮੇਰੀ ਫਿਰ ਬੇਨਤੀ ਸੁਣੋ, ਆਪ ਜੀ ਨੇ ਦੇਖਿਆ ਹੋਣਾ ਕਿ ਰੁੱਖ ਨਾਲ ਕੁਝ ਅੰਬੀਆਂ ਜਦੋਂ ਸੁੱਕ ਜਾਣ, ਅੰਦਰੋਂ ਬਾਹਰੋਂ ਉਹ ਛਿੱਲੜ ਕਰਕੇ ਜੁੜੀਆਂ ਨੇ, ਛਿਲਕੇ ਕਰਕੇ ਜੁੜੀਆਂ ਨੇ, ਪਰ ਅੰਦਰ ਉਹਨਾਂ ਦੇ ਰਸ ਨਹੀਂ ਬਣਦਾ। ਤੇ ਜਿਸ ਦਿਨ ਮਾਲੀ ਤੋੜਨ ਲੱਗਦਾ ਹੈ, ਉਸ ਦਿਨ ਜਿਹੜੇ ਅੰਦਰੋਂ ਤੇ ਬਾਹਰੋਂ ਅੰਬ ਜੁੜੇ ਨੇ ਉਹਨਾਂ 'ਚ ਰਸ ਭਰਦਾ ਹੈ। ਜਿਹੜੇ ਬਾਹਰੋਂ ਜੁੜੇ ਰਹਿਣ, ਅੰਦਰੋਂ ਟੁੱਟ ਜਾਣ, ਉਹ ਲੱਗੇ ਟਾਹਣੀ ਨਾਲ ਰਹਿੰਦੇ ਨੇ, ਪੱਥਰ ਦੀ ਤਰ੍ਹਾਂ ਕਠੋਰ ਹੋ ਜਾਂਦੇ ਨੇ। ਬਸ ਆਹੀ ਜਦੋਂ ਅੰਦਰ ਦੀ ਅਵਸਥਾ ਗਵਾਚ ਜਾਏ ਨਾ, ਬੇਨਤੀ ਸੁਣਿਓ, ਕਬੀਰ ਸਾਹਿਬ ਨੇ ਕਿਹਾ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ, ਜੋ ਬੀਚ ਨਾ ਖਾਹੀ ਕਾਂਬ। ਕਾਂਬਾ ਝਟਕਾ ਨਹੀਂ ਵੱਜਾ ਉਹਨਾਂ ਨੂੰ, ਉਹ ਖਸਮ ਦੇ ਪਹੁੰਚ ਗਏ। ਕਈ ਵਾਰੀ ਇਹ ਸੱਚ ਹੈ, ਆਮ ਜਪਣ ਵਾਲੇ ਨਾਲ ਵੀ ਇਹ ਵਾਪਰ ਜਾਂਦਾ ਹੈ। ਬਾਹਰ ਮੁਖੀ ਨਿਤਨੇਮ ਕਰਦਾ ਹੈ, ਕੀਰਤਨ ਵੀ ਕਰਦਾ ਹੈ, ਸੁਣਦਾ ਵੀ ਏ, ਬਾਹਰੋਂ ਸੱਚੀ ਮੁੱਚੀ ਹੱਠ ਕਰਕੇ ਵਿਚਾਰਾ ਜੁੜਿਆ ਹੈ, ਪਰ ਅੰਦਰੋਂ ਤਾਰ ਵਾਸ਼ਨਾ ਕਰਕੇ ਟੁੱਟ ਜਾਂਦੀ ਏ। ਪਿਆਰਿਓ ਯਾਦ ਰੱਖਿਓ, ਉਹ ਰਸ ਕੋਈ ਨਹੀਂ ਬਣਦਾ।
ਹੁਣ ਜੇ ਕਹੇ ਜੀ ਬਾਣੀ 'ਚ ਰਸ ਕੋਈ ਨਹੀਂ, ਕਈ ਵਾਰੀ ਸਾਡੇ ਸੱਜਣ ਕਹਿ ਦਿੰਦੇ ਆ ਨਾ ਜੀ, ਦੇਖੋ ਜੀ ਨਿਤਨੇਮ ਕਰ ਰਹੇ ਆ, ਪਤਾ ਨਹੀਂ ਬਾਣੀ 'ਚੋਂ ਰਸ ਨਹੀਂ ਆ ਰਿਹਾ। ਸਭ ਤੋਂ ਪਹਿਲੀ ਗੱਲ ਇਹ ਬੈਣੀ ਕਹਿਣੀ ਬੰਦ ਕਰੀਏ, ਇਹ ਬੇਲਵ ਨੂੰ ਸੁਣਿਓ ਕਿ ਬਾਣੀ 'ਚੋਂ ਰਸ ਨਹੀਂ ਆ ਰਿਹਾ ਜੀ, ਅੱਜ ਕੱਲ੍ਹ ਨਿਤਨੇਮ 'ਚੋਂ ਰਸ ਨਹੀਂ ਆ ਰਿਹਾ। ਇਹ ਸਭ ਤੋਂ ਵੱਡਾ ਝੂਠ ਬੇਅਦਬੀ ਭਰਿਆ ਸ਼ਬਦ ਹੈ। ਇਹਦਾ ਮਤਲਬ ਕਿ ਬਾਣੀ ਵਿੱਚ ਕੋਈ ਨੁਕਸ ਪੈ ਗਿਆ, ਤੂੰ ਬਿਲਕੁਲ ਠੀਕ ਸੈ, ਬਾਣੀ ਦਾ ਸਵਾਦ ਫਿੱਕਾ ਪੈ ਗਿਆ। ਇਹ ਕਹਿਣਾ ਸ਼ੁਰੂ ਕਰੀਏ ਮੇਰਾ ਮਨ ਰੋਗੀ ਹੋ ਗਿਆ, ਅੱਜ ਕੱਲ੍ਹ ਰਸ ਨਹੀਂ ਮਾਣ ਰਿਹਾ। ਰਸ ਨਾ ਹੋਣਾ ਤੇ ਰਸ ਨਾ ਮੰਨਣਾ ਬੜਾ ਫਰਕ ਹੈ। ਕਹਿ ਦੇਣਾ ਜੀ ਨਹੀਂ ਅੱਜ ਕੱਲ੍ਹ ਬਾਣੀ 'ਚੋਂ ਰਸ ਨਹੀਂ ਆ ਰਿਹਾ, ਉਹ ਪਿਆਰਿਓ ਬਾਣੀ ਹਰ ਵਕਤ ਹੀ ਰਸ ਭਰਪੂਰ ਹੈ। ਜੇ ਰਸ ਨਹੀਂ ਆ ਰਿਹਾ ਤੇ ਚੇਤੇ ਰੱਖੀ, ਤੈਨੂੰ ਕਿਤੇ ਝਟਕਾ ਵੱਜ ਗਿਆ ਕਿਸੇ ਵਾਸ਼ਨਾ ਦਾ, ਤੈਨੂੰ ਕਾਂਬਾ ਪੈ ਗਿਆ ਅੰਦਰੋਂ ਉਸ ਅੰਬ ਦੀ ਤਰ੍ਹਾਂ। ਮੈਂ ਬੇਨਤੀ ਕਰਾਂ, ਅੰਦਰ ਬੰਦੇ ਦਾ ਸੁੱਕ ਜਾਂਦਾ ਜੀ, ਬਾਹਰੋਂ ਭਾਵੇਂ ਉਹ ਫਿਰ ਖਰਵਾ ਜਿਹਾ ਹੋ ਜਾਂਦਾ, ਰੁੱਖਾ ਜਿਹਾ ਹੋ ਜਾਂਦਾ ਹੈ, ਕੁਰਜੀ ਜਾਂਦਾ, ਜਣੇ ਖਣੇ ਨੂੰ ਪਈ ਜਾਂਦਾ। ਮਹਾਰਾਜ ਕਹਿੰਦੇ ਆ ਫਿਰ ਅਰਦਾਸ ਕਰ, ਰੱਬ ਮਿਹਰ ਕਰੇ ਤੇਰੀ ਉਹ ਬੰਦਗੀ ਵਾਲੀ ਦਾਤ ਵਾਪਸ ਆ ਜਾਏ। ਹੁਣ ਇਹ ਭਾਈ ਸਾਹਿਬ ਹੁਣੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਮੈਂ ਵੇਖੋ ਅਦਬ ਨਾਲ ਨਾਂ ਲਾਂਗਾ, ਐਵੇਂ ਇਹ ਸ਼ਬਦਾਂ ਨੂੰ ਨਾ ਬੇਅਦਬੀ ਕਰਿਆ ਕਰੀਏ ਜੀ, ਇਹ ਤੇ ਫਲਾਣਾ ਸੱਤਾ ਬਲਵੰਡ ਬਣ ਗਿਆ ਜੀ। ਉਹ ਭਾਈ ਸੱਤਾ ਬਲਵੰਡ ਕਿੰਨੇ ਬਣ ਜਾਣਾ, ਉਹ ਤੇ ਬਾਣੀ ਦੇ ਉਚਾਰਨ ਕਰਤਾ ਬਣ ਗਏ ਸਨ, ਕਿਉਂਕਿ ਅਸੀਂ ਖਹਿੜਾ ਨਹੀਂ ਛੱਡਦੇ ਨਾ ਉਗਣ ਦਾ। ਭਾਈ ਸਾਹਿਬ ਹੁਣੀ, ਉਹਨਾਂ ਕੋਲ ਕੀਰਤਨ ਹੈ, ਉਹਨਾਂ ਕੋਲ ਸ਼ਬਦ ਚੇਤੇ ਨੇ, ਰਾਗ ਹੈ, ਪਰ ਅੰਦਰ ਦਾ ਰਸ ਮੁੱਕ ਗਿਆ, ਰਸ ਨਹੀਂ ਰਿਹਾ, ਕੋਈ ਨਹੀਂ ਸੁਣ ਰਿਹਾ। ਹਾਂ ਗੁਰੂ ਬੜੇ ਸਮਰੱਥ ਨੇ। ਭਾਈ ਲੱਦਾ ਜੀ ਵਾਪਸ ਲੈ ਕੇ ਆ ਗਏ ਇੱਥੇ, ਆ ਜਿੱਥੇ ਆਪ ਜੀ ਬੈਠੇ ਹੋ, ਇਸੇ ਨਗਰ 'ਚ, ਇਸੇ ਥਾਂ ਤੇ ਗਧੇ ਤੇ ਚੜ੍ਹ ਕੇ ਆਏ, ਨਸ਼ਰ ਕਰਕੇ ਆਏ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਹਰ ਆਏ, ਸਤਿਗੁਰਾਂ ਨੇ ਭਾਈ ਲੱਦਾ ਜੀ ਨੂੰ ਦੇਖਿਆ, ਉਹਨਾਂ ਦੇ ਨੇਤਰ, ਉਹਨਾਂ ਦਾ ਚਿਹਰਾ ਲਾਹੌਰ ਤੋਂ ਆਏ ਸਨ, ਸਤਿਗੁਰਾਂ ਦੇ ਨੇਤਰ ਭਿੱਜ ਗਏ। ਕਹਿਣ ਲੱਗੇ ਆਹ ਕੀ ਕੀਤਾ ਤੁਸਾਂ ਨੇ? ਕਹਿਣ ਲੱਗੇ ਸਤਿਗੁਰੂ ਤੇਰਾ ਸਿੱਖ ਆ ਨਾ, ਤੇ ਸਿੱਖ ਦਾ ਫਰਜ਼ ਪਹਿਲਾਂ ਗੁਰੂ ਦਾ ਹੁਕਮ ਮੰਨੇ। ਆਇਆ ਹਾਂ ਲੈ ਕੇ ਮੈਂ ਨਾਲ, ਪਿੱਛੇ ਦੋਨੋਂ ਭਰਾ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਲੈ ਕੇ ਆਇਆ। ਮਹਾਰਾਜ ਬਿਰਹਾ ਵਿੱਚ ਸਨ, ਭਾਵਕ ਬਹੁਤ ਸਨ। ਭਾਈ ਲੱਦਾ ਜੀ ਨੂੰ ਦੇਖ ਕੇ ਕਹਿਣ ਲੱਗੇ ਤੁਹਾਨੂੰ ਪਤਾ ਹੈ, ਤੁਹਾਨੂੰ ਇਹ ਸਮਝ, ਇਹਨਾਂ ਨੇ ਗਲਤੀ, ਇਹਨਾਂ ਨੇ ਗੁਨਾਹ ਕੀ ਕੀਤਾ? ਈਸ਼ ਨਿੰਦਾ ਹੈ। ਗੁਰਮੁਖੋ, ਜਿਹੜਾ ਸਿੱਖ ਆਪਣੀ ਗੁਰੂ ਦੀ ਨਿੰਦਿਆ ਸ਼ੁਰੂ ਕਰਦਾ, ਯਾਦ ਰੱਖੋ ਉਸ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਹੁੰਦੀ। ਉਹ ਵਿਦਵਤਾ ਦੇ ਚਾਅ 'ਚ ਗੁਰੂ ਹੀ ਨਿੰਦੀ ਜਾਂਦਾ ਹੈ। ਮਹਾਰਾਜ ਨੇ ਕਿਹਾ ਤੁਹਾਨੂੰ ਪਤਾ ਹੈ ਨਾ ਕੀ ਕੀਤਾ? ਉਸ ਵਕਤ ਭਾਈ ਲੱਦਾ ਜੀ ਦੇ ਬਚਨ ਸੁਣਨ ਵਾਲੇ ਨੇ ਕਹਿਣ ਲੱਗੇ ਸਤਿਗੁਰੂ ਪਤਾ ਹੈ ਤੇਰੇ ਦਰ ਤੋਂ ਫਿਟਕਿਆਂ ਹੋਇਆਂ ਦਾ, ਇਹ ਲਫ਼ਜ਼ ਫਿਟਕਿਆਂ ਹੋਇਆਂ ਦਾ, ਫਿਟਕਿਆ ਵਕੀਲ ਬਣ ਕੇ ਆਇਆ। ਤੁਸੀਂ ਇਹਨਾਂ ਦੇ ਔਗਣ ਨਾ ਦੇਖੋ, ਤੁਸੀਂ ਆਪਣੇ ਘਰ ਦੀ ਰਹਿਮਤ ਦੇਖੋ, ਇਹਨਾਂ ਨੂੰ ਬਖਸ਼ ਦਿਓ। ਇਹਨਾਂ ਦੇ ਔਗਣ ਨਾ ਦੇਖੋ। ਹੁਣ ਆ ਦੇਖੋ ਕੀ ਗਈ ਬਹੌੜ ਹੋਣ ਨਹੀਂ ਲੱਗੀ, ਕਿੱਥੇ ਕੀਰਤਨ, ਕਿੱਥੇ ਅਵਸਥਾ। ਗੁਰੂ ਸਾਹਿਬ ਨੇ ਕਿਹਾ ਭਾਈ ਸਿੱਖਾਂ ਤੂੰ ਲੈ ਕੇ ਆਇਆ ਜੀ, ਆਇਆ, ਤੇ ਨਾਲ ਇੱਕ ਸ਼ਬਦ ਬੜੇ ਕਮਾਲ ਦਾ ਕਿਹਾ। ਕਹਿਣ ਲੱਗੇ ਕੱਲ ਪਰਸੋਂ ਉਦਾਹਰਨ ਦਿੱਤੀ ਸੀ ਕਿ ਭਾਈ ਪਾਣੀ ਤੋਂ ਬਿਨਾ ਖੇਤੀ ਮਰ ਜਾਏ ਤੇ ਪਾਣੀ ਖਰਿਆ ਕਰ ਦਿੰਦਾ ਹੈ, ਪਾਣੀ 'ਚ ਰਹਿ ਕੇ ਖੇਤੀ ਮਰ ਜਾ ਉਹਨੂੰ ਕੋਈ ਨਹੀਂ ਖਰਿਆ ਕਰਦਾ। ਕਹਿਣ ਲੱਗੇ ਗੁਰੂ ਦੇ ਧੱਕੇ ਨੂੰ ਸਿੱਖ ਬਚਾ ਲੈਂਦਾ ਹੈ, ਜਿਹਨੂੰ ਕਮਾਈ ਵਾਲਾ ਧੱਕਾ ਦੇ ਦੇ ਉਹਨੂੰ ਕੋਈ ਵੀ ਨਹੀਂ ਬਚਾ ਸਕਦਾ। ਤੂੰ ਵਾਪਸ ਲੈ ਕੇ ਆਇਆ। ਹਜ਼ੂਰ ਨੇ ਕਿਹਾ ਆਪਣੀ ਰਸਨਾ ਤੋਂ ਸਿਫਤ ਕਰੋ, ਕਿਉਂਕਿ ਨਿੰਦਿਆ ਦਾ ਰੋਗ ਸਿਫਤ ਨਾਲ ਮਿਟਦਾ ਹੈ। ਹੁਣ ਮੇਰੀ ਬੇਨਤੀ ਸੁਣਿਓ ਜੀ, ਕੀਰਤਨ ਸੀ, ਅਵਸਥਾ ਸੀ, ਸਮੇਂ ਦਾ ਗੇੜ ਆਇਆ, ਸਭ ਕੁਝ ਚਲਾ ਗਿਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਰਹਿਮਤ ਵਰਤੀ, ਕੱਲਾ ਕੀਰਤਨ ਨਹੀਂ ਆਇਆ, ਅੱਗੇ ਸਿਰਫ ਕੀਰਤਨ ਦੇ ਰਸੀਏ ਕੀਰਤਨ ਕਰਨ ਵਾਲੇ ਸਨ। ਹੁਣ ਗੁਰੂ ਜੀ ਨੇ ਇੰਨੀ ਉੱਚੀ ਅਵਸਥਾ ਦਿੱਤੀ, ਦੋਨਾਂ ਰਬਾਬੀਆਂ ਦੇ ਅੰਦਰ ਧੁਰਕੀ ਬਾਣੀ ਆ ਗਈ। ਇਹ ਆਪ ਬਾਣੀ ਉਚਾਰਨ ਕਰਨ ਲੱਗ ਪਏ। ਇਹਨਾਂ ਨੇ 8 ਪੌੜੀਆਂ ਗੁਰੂ ਜੀ ਦੀ ਸਿਫਤ ਵਿੱਚ ਕਹੀਆਂ। ਮੈਂ ਫਿਰ ਬੇਨਤੀ ਕਰਾਂਗਾ, ਗਵਾਚੀ ਹੋਈ ਅਵਸਥਾ ਕੋਈ ਬੰਦਾ, ਜਿਹੜੇ ਘਰਾਂ 'ਚ ਬੈਠੇ ਆ ਵੀ ਨਿਤਨੇਮ ਪਹਿਲਾਂ ਕਰਦੇ ਸਨ ਛੁੱਟ ਗਿਆ, ਨਾਮ ਜਪਦੇ ਸਨ ਛੁੱਟ ਗਿਆ, ਸੇਵਾ ਕਰਦੇ ਉਹ ਗੁਰਮੁਖੋ, ਅੱਜ ਗੁਰੂ ਅਰਜਨ ਦੇਵ ਸੱਦਾ ਦੇ ਕੇ ਕਹਿੰਦੇ ਨੇ ਅਰਦਾਸ ਕਰੋ, ਗਈਆਂ ਹੋਈਆਂ ਅਵਸਥਾਵਾਂ ਵਾਪਸ ਆ ਜਾਂਦੀਆਂ ਨੇ। ਸੱਤੇ ਬਲਵੰਡ ਅੰਦਰ ਬਾਣੀ ਆ ਗਈ।
बाणी आ गई का मतलब इन्नी अवस्था उच्ची हो गई, वो बाणी दे उच्चारण करता बन गए। फिर देखो ਜਿਹੜੀ ਜ਼ਬਾਨ ਕਹਿੰਦੀ ਸੀ ਬਾਬਾ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦੇ ਨੇ, ਉਹ ਜ਼ਬਾਨ ਕਹਿਣ ਲੱਗ ਪਈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ ਦੇ ਗੁਣਾ ਸਤ ਭੈਣ ਭਾਰਾਵ ਹੈ ਪਾਰੰਗਤ ਦਾਨ ਪੜੀਮਦਾ। ਇਹਦਾ ਮਤਲਬ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦਾ। ਉਹ ਜਿਸ ਦਾ ਨਾਮ ਨਾ ਕਰਤੇ ਪੁਰਖ ਵਾਹਿਗੁਰੂ ਨੇ ਵੱਡਾ ਕੀਤਾ ਹੋਵੇ, ਕਿਸ ਬੰਦੇ ਦੀ ਤਾਕਤ ਹੈ ਉਹ ਗੁਰੂ ਨਾਨਕ ਨੂੰ ਸ਼ਬਦਾਂ ਨਾਲ ਬੋਲ ਕੇ ਕਹੇ ਕਿ ਗੁਰੂ ਨਾਨਕ ਇੰਨਾ ਵੱਡਾ ਹੈ। ਕੀ ਅਵਸਥਾ ਵਾਪਸ ਨਹੀਂ ਆਈ? ਉਹ ਜ਼ਬਾਨ ਕਹਿ ਰਹੀ ਸੀ ਕੌਣ ਜਾਣਦਾ, ਉਹ ਜ਼ਬਾਨ ਕਹਿੰਦੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਿੰਨੇ ਬਿਆਨ ਕਰਨੀ ਹੈ। ਅੱਗੇ ਕਹਿੰਦੇ ਸਨ ਸਾਨੂੰ ਇੰਨੇ ਪੈਸੇ ਚਾਹੀਦੇ ਨੇ। ਯਾਦ ਰੱਖੋ ਇਸ ਵਾਰ ਵਿੱਚ ਨਾ, ਉਂਝ ਵੈਸੇ ਵਾਰ ਦਾ ਪਾਠ ਰੋਜ਼ ਕਰ ਲੈਣਾ ਚਾਹੀਦਾ, ਇਸ਼ਨਾਨ ਕਰਦਿਆਂ ਕਰ ਲਓ। 8 ਪੌੜੀਆਂ ਨੇ, ਬੜੀ ਸੌਖੀ, ਛੇਤੀ ਬੜੀ ਚੇਤੇ ਹੋ ਜਾਂਦੀ ਹੈ। ਉੱਥੇ ਕਹਿੰਦੇ ਸਾਨੂੰ ਇੰਨਾ ਦਿਓਗੇ ਤਾਂ, ਜਦੋਂ 2 ਤੁਕਾਂ ਪੜੀਆਂ ਇੱਕ ਬਚਨ ਆਉਂਦਾ ਕਿਆ ਸਾਲਾਹੀ ਸੱਚੇ ਪਾਤਸ਼ਾਹ। ਇਹ ਧੰਨ ਗੁਰੂ ਅਮਰਦਾਸ ਦੀ ਸਿਫਤ ਵਿੱਚ ਤੁਕ ਹੈ। ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਫਿਰ ਸੁਣਿਓ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ। ਸੱਤੇ ਦਾ ਅਰਥ ਹੈ ਕਿ ਭਾਈ ਸੱਤਾ ਜੀ ਕਹਿਣ ਲੱਗੇ ਹੁਣ ਸਾਡੀ ਕੋਈ ਮੰਗ ਨਹੀਂ, ਗੁਰੂ ਅਮਰਦਾਸ ਝੋਲੀ ਅੱਡ ਕੇ ਖਲੋਤੇ ਆ, ਜਿਹੜਾ ਦਾਨ ਵੀ ਪਾ ਦੇਂਗਾ ਸਾਨੂੰ ਹਰ ਦਾਨ ਹੀ ਤੇਰਾ ਸਵੀਕਾਰ ਹੈ, ਕੋਈ ਸਾਡੀ ਸ਼ਰਤ ਨਹੀਂ। ਇਹ ਅਵਸਥਾ ਕਿਵੇਂ ਆ ਗਈ? ਮੇਰੀ ਫਿਰ ਬੇਨਤੀ ਹੈ ਭਾਈ, ਗੁਰੂ ਸਾਹਿਬ ਕਹਿੰਦੇ ਆ ਤੁਸੀਂ ਅਰਦਾਸ ਕਰੋ ਉਹ ਅਵਸਥਾ ਲੱਭ ਜਾਏ ਕਿਤੇ ਮਾਂ ਦੇ ਉਦਰ ਵਿੱਚ ਜਿਹੜੀ ਸੁਰਤ ਜੁੜੀ ਸੀ, ਉਹ ਅਵਸਥਾ ਲੱਭ ਜਾਏ ਜਿਹੜਾ ਨਾਮ ਵਿੱਚ ਅੰਦਰ ਭਿੱਜਿਆ ਹੋਇਆ ਸੀ। ਵਾਪਸ ਘਰ ਆ ਜਾਈਏ, ਕੋਈ ਗੱਲ ਨੂੰ। ਗੁਰੂ ਫਿਰ ਵੀ ਇੰਤਜ਼ਾਰ, ਭਾਈ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ, ਉਹ ਕਿਉਂਕਿ ਆਪ ਸਭ ਨੂੰ ਪਤਾ ਹੈ ਜਿਹੜੇ ਲਿਟਰੇਚਰ ਨਾਲ ਸੰਬੰਧਿਤ ਨੇ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੂੰ ਪੜ੍ਹਨ ਵਾਸਤੇ ਵੀ ਟਿੱਕੀ ਹੋਈ ਸੁਰਤ ਚਾਹੀਦੀ ਹੈ। ਉਹਦੀ ਗੱਲ ਇੰਨੀ ਉੱਚੀ ਹੈ ਬੰਦੇ ਦੇ ਸਿਰ ਤੋਂ ਲੰਘ ਜਾਂਦੀ। ਕਿਤਾਬ ਰੱਖ ਕੇ ਕਹਿੰਦਾ ਪਤਾ ਨਹੀਂ ਕੀ ਬੋਲੀ ਜਾਂਦਾ, ਕੀ ਲਿਖ ਗਏ। ਉਹਨਾਂ ਸ਼ਬਦ ਕਿਹਾ ਸੀ, ਅੰਮ੍ਰਿਤਧਾਰੀ ਸਨ ਨਾ ਬਚਪਨ 'ਚ, ਜਾਪਾਨ ਗਏ, ਪਹਿਲਾਂ ਬੋਧੀ ਬਣ ਗਏ, ਫਿਰ ਸਵਾਮੀ ਰਾਮ ਦੇ ਪ੍ਰਭਾਵ ਥੱਲੇ ਆ ਕੇ, ਸਵਾਮੀ ਰਾਮ ਜੀ ਦੇ ਪ੍ਰਭਾਵ ਥੱਲੇ ਆ ਕੇ वेदांती ਬਣ ਗਏ। ਭਗਵੇਂ ਕੱਪੜੇ ਪਾ ਲੈ, ਕੇਸ ਕਤਲ ਕਰ ਦਿੱਤੇ। ਪਰ ਜਦੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਭਾਈ ਵੀਰ ਸਿੰਘ ਮਿਲੇ, ਉੱਥੇ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ, ਸੱਚੀ ਮੁੱਚੀ ਅੰਦਰ ਨੂੰ ਰੰਗ ਲੱਗ ਗਿਆ। ਉਹ ਲਿਖਦੇ ਨੇ, ਮੈਂ ਬਹੁਤ ਸਮਾਂ ਪਹਿਲਾਂ ਆਪਣੇ ਬਾਪੂ ਦੇ ਘਰੋਂ ਬਹੁਤ ਦੂਰ ਚਲਾ ਗਿਆ ਸਾਂ। मैं अपने शब्दों च कह रहा, मैं बिल्कुल वो शब्द नहीं वरत रहा जो लिखे। ਇਹਦਾ मतलब मैं अपने सतगुरु के घर चों चला गया, बहुत दूर निकल गया, पतित भी हो गए, मैं सब कुछ छड़ बैठा तो मेरे मन च सी मैं वापस जावांगा। मेरे लिए बापू के बूहे बंद हो चुके होणगे, दरवाजे बंद हो चुके होणगे। कहंदा मैं मुद्दतां बाद वापस आया, अजे भी मेरा सतगुरु बूहा खोल के मेरी इंतजार कर रहा सी कि वापस जरूर आएगा। कहन लगे इस दे बूहे च मत्था टेकिया, ये सरदल दे उत्ते गुरमुख मिलिया, उस गुरमुख ने सीस ते हथ रखिया, उथों कविता दा जन्म होया, उथों पंजाबी च लिखण दा जन्म होया। मेरे कहण तो मुराद गुरु हमेशा ही दरवाजे खोल के वेख रहा कि वापस जरूर आएगा। ਜਿਹੜੇ जा चुके ने मैं उन्होंने भी बेनती करांगा, तमे अधीन, लालच अधीन, आ नाटक चेटक छलावे अधीन जेड़े छड़ के जा चुके गुरमुखो, गुरु गोबिंद सिंह गुरु ग्रंथ साहिब वर्गा घर कोई नहीं जे मिलना, वापस आ जाओ। इत्थे गई हुई अवस्था भी दोबारा मिल जाती है। महाराज जी ने इत्थे शब्द क्या, गई बहोड़। यही अरदास करिए जिहड़ी अवस्था नाम दी वापस दे दो सतगुरु। गई बहोड़ बंदी छोड़, बंधना नूं कट्टण वाले, निरंकार दुखदारी। आप जी का कोई रूप नहीं, दुखों तो खैड़ा छुड़ाण वाले, कर्म ना जाना धर्म ना जाना। बड़ी सीधी गल कही कि मैनू अवस्था वापस मिल जाए, मेरा कर्म कोई नहीं, मैं कोई धर्म के काम भी नहीं करता। तो सच्ची दसा सतगुरु जी, अंदरों मैं रज के लालचियां, बाहरों मैं विखावा करी बैठा। सच्ची है जी, अपनी मैं गल कर रहा। लोभी मायाधारी, अंदर नूं माया ने खचित किया होया। अगला बचन, नाम परियो भगत गोबिंद का। थोड़े जे दे अर्थ,
ਸਾਰੀ ਦੁਨੀਆ ਮੈਨੂੰ ਤੇਰਾ ਭਗਤ ਕਹਿੰਦੀ, ਆਪ ਜੀ ਦਾ ਭਗਤ ਕਹਿੰਦੀ। ਇਹ ਰਾਖੋ ਪੈਜ ਤੁਮਾਰੀ। ਜੇ ਮੈਨੂੰ ਸੰਗਤ ਸਿੱਖ ਕਹਿੰਦੀ ਹੈ, ਮੈਨੂੰ ਸਿੱਖ ਤੁਹਾਡਾ ਭਗਤ ਕਹਿੰਦੀ ਹੈ, ਸੰਗਤ ਭਗਤ ਕਹਿੰਦੀ ਹੈ, ਦਾਸ ਕਹਿੰਦੀ ਹੈ, ਇਹ ਸਤਿਗੁਰੂ ਇਸ ਸ਼ਬਦ ਦੀ ਲਾਜ ਰੱਖ ਲਿਆ ਜੇ। ਫਿਰ ਸੁਣਿਓ, ਗੁਰੂ ਰਾਮਦਾਸ ਜੀ ਦਾ ਬਚਨ ਉਦਣ ਅਸੀਂ ਇੱਕ ਪੜ੍ਹਿਆ ਸੀ, ਹਮਰੀ ਜਾਤ ਪਾਤ ਗੁਰ ਸਤਿਗੁਰ। ਸਾਡੀ ਜਾਤੀ ਸਾਡੀ ਗੋਤ ਗੁਰੂ ਹੀ ਹੈ ਪੂਰਾ। ਹਮਰੀ ਜਾਤ ਪਾਤ ਗੁਰ ਸਤਿਗੁਰ, ਖਮ ਵੇਚੋ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ। ਮੇਰਾ ਨਾਮ ਪੈ ਗਿਆ ਗੁਰੂ ਨਾਨਕ ਸਾਹਿਬ ਦਾ ਸਿੱਖ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕੇ, ਆਪਣੇ ਸੇਵਕ ਦੀ ਲਾਜ ਰੱਖੋ। ਗੁਰਮੁਖੋ ਏਡੀ ਵੱਡੀ ਬਖਸ਼ਿਸ਼ ਭਗਤ ਸਦਨਾ ਜੀ ਦਾ ਸ਼ਬਦ ਹੈ ਜੀ। ਉਹਦੀ ਆਰੰਭਤਾ ਹੈ, ਨ੍ਰਿਪ ਕੰਨਿਆ ਕੈ ਕਾਰਨੇ ਇੱਕ ਭਇਆ ਭੇਖ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਇੱਕ ਰਾਜੇ ਦੀ ਬੇਟੀ ਨੂੰ ਵਿਆਹਣ ਦੇ ਲਈ ਇੱਕ ਬੰਦੇ ਨੇ ਵਿਸ਼ਨੂੰ ਦਾ ਰੂਪ ਧਾਰਨ ਕੀਤਾ, ਰੂਪ ਧਾਰਨ ਕਰ ਲਿਆ। ਮੇਰੀ ਫਿਰ ਬੇਨਤੀ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਸ਼ਬਦਾਂ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਲੁਕਾਈਏ ਨਾ, ਕਿਉਂਕਿ ਬਾਹਰ ਬੈਠਿਆਂ ਤੋਂ ਡਰ ਲੱਗਦਾ ਹੈ। ਜੇ ਮੰਜੀ ਸਾਹਿਬ ਆਹ ਗੱਲ ਹੋ ਗਈ ਜੀ, ਇਹ ਕਿਥੇ ਅਰਥ ਜਾ ਕੇ ਦੇਖ ਲਿਓ। ਰਾਜੇ ਦੀ ਬੱਚੀ ਨੂੰ ਵਿਆਹ ਲਈ, ਰਾਜੇ ਦੀ ਬੱਚੀ ਪਰਨ ਕੀਤਾ, ਮੈਂ ਵਿਸ਼ਨੂੰ ਜੀ ਨਾਲ ਵਿਆਹ ਕਰਾਣਾ। ਸਾਰੇ ਟੀਕਾਕਾਰ ਕਹਿੰਦੇ ਆ ਜੀ। ਇੱਕ ਪਖੰਡੀ ਨੇ ਉਹ ਰੂਪ ਧਾਰਨ ਕਰ ਲਿਆ, ਬਾਹਾਂ ਬੂਹਾਂ ਫਿੱਟ ਕਰਾ ਲੀਆਂ, ਇੱਕ ਉਹਨੇ ਗਰੁੜ ਦਾ ਵਾਣ ਵੀ ਬਣਵਾ ਲਿਆ, ਵਿਆਹ ਵੀ ਹੋ ਗਿਆ। ਹੁਣ ਰਾਜੇ ਤੇ ਹਮਲਾ ਹੋਇਆ ਤੇ ਉਹਦੇ ਮਨ ਚ ਆਇਆ ਵੀ ਚਲੋ ਮੇਰਾ ਤਾਂ ਜਵਾਈ ਐਡੀ ਤਾਕਤ ਵਾਲਾ ਹੈ। ਹੁਣ ਉਹਨੇ ਆਪਣੇ ਜਵਾਈ ਨੂੰ, ਸੱਚ ਇਹ ਵੇ ਕਿ ਰਾਜੇ ਨੇ ਆਪਣੇ ਜਵਾਈ ਨੂੰ ਜਿਹੜਾ ਭੇਖੀ ਸੀ ਉਹਨੂੰ ਕਿਹਾ ਮਦਦ ਕਰ। ਹੁਣ ਉਹਦੇ ਖਾਨਿਓਂ ਗਈ, ਉਹ ਤਾਂ ਪਖੰਡੀ ਸੀ, ਮਦਦ ਕੀ ਕਰਦਾ? ਉਹ ਸੱਚੀ ਮੁੱਚੀ ਐਡਾ ਕਾਮੀ ਬੰਦਾ, ਸਵਾਰਥੀ ਬੰਦਾ, ਉਹਦਾ ਅੰਦਰ ਵੀ ਝੁਕ ਗਿਆ। ਕਹਿੰਦਾ ਪ੍ਰਮਾਤਮਾ ਮੈਂ ਤੇਰੇ ਨਾਮ ਤੇ ਭੇਖ ਕਰ ਲੈ ਬੈਠਾ ਵਾਂ, ਹੁਣ ਕਿਰਪਾ ਕਰ ਤੂੰ ਆਪਣੇ ਭੇਖ ਦੀ ਲਾਜ ਰੱਖ ਲੈ। ਮੇਰੀ ਅਰਜ਼ ਹੈ, ਬਚਨ ਹੈ ਕਿ ਨ੍ਰਿਪ ਕੰਨਿਆ ਕਾ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਤੂੰ ਤਾਂ ਉਹਨਾਂ ਦੀਆਂ ਵੀ ਪੈਜਾਂ ਸਵਾਰ ਦਿੱਤੀਆਂ ਜਿਨ੍ਹਾਂ ਨੇ ਤੇਰੇ ਨਾਮ ਦੇ ਤੱਲੇ ਪਖੰਡ ਕੀਤਾ। ਇੱਥੇ ਮਹਾਰਾਜ ਕਹਿੰਦੇ ਮੈਨੂੰ ਲੋਕ ਤੇਰਾ ਭਗਤ ਕਹਿੰਦੇ ਆ ਤੇ ਤੁਸੀਂ ਕਿਰਪਾ ਕਰੋ ਮੇਰੀ ਪੈਜ ਜ਼ਰੂਰ ਰੱਖੋ। ਹਰ ਜੀਉ ਨਿਮਾਣਿਆ ਤੂੰ ਮਾਣ। ਇੱਥੇ ਸਤਿਗੁਰੂ ਰਹਾਉ ਦੇ ਬਚਨ ਕਹਿ ਰਹੇ ਨੇ, ਹਰ ਜੀਓ, ਹਰੀ ਜੀ ਤੁਸੀਂ ਜਿਹਦਾ ਕਿਤੇ ਮਾਨ ਨਹੀਂ। ਗੁਰਮੁਖੋ ਸੁਣਿਓ, ਜਿਸ ਨੂੰ ਕਿਤੇ ਮਾਨ ਨਹੀਂ ਮਿਲਦਾ, ਮੇਰਾ ਵਾਹਿਗੁਰੂ ਨਿਮਾਣਿਆਂ ਦਾ ਮਾਣ ਹੈ। ਜਿਹਨੂੰ ਕੋਈ ਇੱਜ਼ਤ ਨਹੀਂ ਦਿੰਦਾ ਉਹਨੂੰ ਵਾਹਿਗੁਰੂ ਜੀ ਇੱਜ਼ਤ ਦਿੰਦੇ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਸੱਚੀ ਮੁੱਚੀ ਤੂੰ ਜਿਹਦਾ ਕੋਈ ਮਾਨ ਨਾ ਕਰੇ ਉਸ ਦਾ ਸਨਮਾਨ ਕਰ। ਦੇਖੋ ਮਹਾਰਾਜ ਅੱਗੇ ਬਚਨ ਕਰ ਰਹੇ ਆ, ਨੇ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਨਾ ਚੀਜ਼ਿਆਂ ਚੀਜ਼ ਕਰੇ ਮੇਰਾ ਗੋਬਿੰਦ। ਚੀਜ਼ ਦਾ ਅਰਥ ਵੈਸੇ ਪਦਾਰਥ ਵੀ ਹੁੰਦਾ ਹੈ। ਨਚੀਜਿਆਂ ਦਾ ਅਰਥ ਹੈ ਜਿਹੜਾ ਕਿਸੇ ਕੰਮ ਦਾ ਨਹੀਂ। ਸਿੱਧੇ ਜਿਹੇ ਅਰਥ ਕਰੀਏ, ਸੱਚੀ ਮੁੱਚੀ ਜਿਹੜਾ ਕਿਸੇ ਕੰਮ ਦਾ ਨਹੀਂ, ਕਿਸੇ ਵੀ ਅਰਥ ਨਹੀਂ। ਵਾਹਿਗੁਰੂ ਜੀ ਤੁਸੀਂ ਨਕੰਮਿਆਂ ਨੂੰ ਵੀ ਕੰਮ ਵਾਲੇ ਬਣਾ ਦਿੰਦੇ ਹੋ। ਤੁਸੀਂ ਆਕਾਰ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਸਕਾਰ ਤੇ ਬਣਾਉਂਦੇ ਹੋ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ। ਉਹ ਮੇਰਾ ਵਾਹਿਗੁਰੂ ਨਚੀਜਿਆਂ ਨੂੰ ਚੀਜ਼ ਬਣਾ ਦਿੰਦਾ ਹੈ। ਇਉਂ ਕਹਿ ਲੋ ਜਿਹੜੇ ਕਿਸੇ ਕੰਮ ਦੇ ਨਹੀਂ ਉਹਨਾਂ ਨੂੰ ਵੀ ਮਹਾਨ ਬਣਾ ਦਿੰਦਾ ਹੈ। ਤੇਰੀ ਕੁਦਰਤ ਕਉ ਕੁਰਬਾਨ। ਵਾਹਿਗੁਰੂ ਮੈਂ ਤੇਰੀ ਸ਼ਕਤੀ ਤੋਂ, ਕੁਦਰਤ ਦਾ ਅਰਥ ਤਾਕਤ, ਤੁਹਾਡੀ ਤਾਕਤ ਤੋਂ ਤੁਹਾਡੀ ਸ਼ਕਤੀ ਤੋਂ ਕੁਰਬਾਨ ਜਾਣਾ। ਕਿਉਂਕਿ ਜਿਹਨੂੰ ਸਮਾਜ ਥੱਲੇ ਲਾਣਾ ਚਾਹੇ ਖਿਮਾ ਕਰ ਦਿਓ, ਜੇ ਰੱਬ ਇੱਜ਼ਤ ਦੇਣ ਤੇ ਆ ਜਾਏ ਸਾਰੀ ਦੁਨੀਆ ਇੱਕ ਪਾਸੇ ਖਲੋ ਜਾਏ। ਜਿਹਦੇ ਸਿਰ ਤੇ ਵਾਹਿਗੁਰੂ ਨੇ ਤਾਜ ਰੱਖਣਾ ਉਹਦੀ ਇੱਜ਼ਤ ਕੋਈ ਵੀ ਮਿੱਟੀ 'ਚ ਨਹੀਂ ਰੋਲ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮੱਥ ਹੈ ਛਤਰ ਧਰੈ। ਜਾਂ ਕੀ ਛੋਤ ਜਗਤ ਕੋ लागै ਤਾਂ ਪਰ ਤੂੰ ਹੀ ਟਰੈ। ਨੀਚੇ ਊਚ ਕਰੇ ਮੇਰਾ ਗੋਬਿੰਦ। ਨਚੀਜਿਆਂ ਚੀਜ਼ ਕਰੇ ਪਿਆਰਿਓ, ਨੀਚੇ ਊਚ ਕਰੇ ਮੇਰਾ ਗੋਬਿੰਦ। ਮਹਾਰਾਜ ਕਹਿੰਦੇ ਕਾਹੂ ਤੇ ਨਾ ਡਰੇ। ਉਹ ਕਿਸੇ ਤੋਂ ਡਰੇਗਾ ਥੋੜਾ ਵੀ ਇਹਨੂੰ ਉੱਚਾ ਚੱਕਣ ਲੱਗਾ, ਫਲਾਣੇ ਬੰਦੇ ਨੂੰ ਪੁੱਛ ਲਓ, ਫਲਾਣੇ ਤੋਂ ਫਲਾਣੇ ਬੌਸ ਨੂੰ ਪੁੱਛ ਲਓ। ਰੱਬ ਨੂੰ ਉਹ ਆਪਣੇ ਫੈਸਲੇ ਆਪ ਕਰਦਾ ਜੀ। ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ।
इस घर विच इस पंथ च बड़ा कुछ वापरिया है। मैं एक छोटी जी उदाहरण आप जी नूं होर दे देना। असी एक सिख दा नाम बड़े अदब नाल लैने आ। चलो महाराजा रणजीत सिंह तां वो राजे दे रूप जो देखने आप जी नूं पता होना है, आ जिहड़ी इमारत है दरबार साहिब दी खून सोना लवाया महाराजा रणजीत सिंह ने, ज्ञानी संत सिंह गुरमुख सिंह होना रही। जेड़ी इमारत अबदाली ने कुप्पे रख के उड़ा दी सी, इस इमारत की दोबारा जिहड़ी नींह रखी सरदार जस्सा सिंह आलोवालिए ने। आप जी नूं पता होना है। मैं सिर्फ एक उदाहरण देन लगा। सरदार जस्सा सिंह इन्हां दे पिता सरदार बदर सिंह सन, मामे का नाम सरदार बाग सिंह सी। क्या जाता है इन्हां दे लई अरदास इन्हां दे माता पिता ने गुरु गोबिंद सिंह दे चरनां च कीती सी ते महाराज जी ने कहा सी तुहाडे घर गुरु का लाल होवेगा। समा आया, सरदार जस्सा सिंह जी का जन्म होया, 4 साल की उम्र सी, पिता बदर सिंह चढ़ाई कर गया। मैं सिर्फ एक बेनती कर लगा, इस घर की सेवा च कितनी बरकत है। जे कोई भावना सहित करे तो इत्थे इन्हां दी माता बारे रतन सिंह भंगू लिखदा है, कहंदे सरदार जस्सा सिंह दी माई अपने गात्रे दे नाल गुरबाणी दी पोथी रखदी सी। वो 2 तारा वजा के कीर्तन कमाल दा करदी सी माता इन्हां दी। आशा की वार दा कीर्तन करना कमाल दा। उसने अपने बच्चे नूं कीर्तन सिखाया। मैं संखेप जी बेनती करा, दिल्ली लैके गई माता सुंदरी जी कोल, उत्थे माई ने कीर्तन किया, माता इन्हीं दे नाल सरदार जस्सा सिंह, माता सुंदरी जी ने 7 साल अपने को रख के तालीम दवाई। मैं संखेप जी बेनती करा, वापस आए, उत्थे तीरां दा पत्था दिता, उत्थे होर बख्शां बहुत दित्तियां, गुरज दित्ती ते नाल गोदी च बिठा के कहा सी ये पंथ दा पातशाह होवेगा, इहदी औलाद द्वारे सच्ची मुच्ची चोबदार कस आसियां वाले खलोणगे। इत्थे आके कीर्तन किया जी। सरदार कपूर सिंह ने जस्सा सिंह नूं मंग लिया मां तो ते मामे कोलों। इत्थे पंथ दल पंथ की सेवा कर लग पे। सेवा की दिती कि पढ़िया लिखिया जी, दिल्लियों पढ़ के आया, पर वो पंजाबी ठेठ नहीं सन बोलते, इधर माझे वाली वो हिंदी ज़्यादा बोलते सन, फारसी पढ़े सन, हमको तुमको बोलना। वो वंड के दाना देंदे सन घोड़ियां दा। ते एक उम्र छोटी सी, जिन्हें लंघना उन्हें किते किसी ने छोटा जिहा थप्पड़ ला जाना, किसी ने ओदी आवाज़ दी सरदार जस्सा सिंह दे बोलां दी नकल उतार देनी। सरदार कपूर सिंह को लिख देने गए, जस्सा सिंह होनी वो रख के जिहड़ा जिहदे च दाना वंडदे सन, पड़ोपा रख के कहंदे मैं नहीं इन्हां दे दाने वंड सकदा। रोन लग पे, मैं दाना नहीं वंड सकदा, मेरा मजाक उड़ाते ने, मेरी छेड़ पा दी हमको तुमको। कहने सरदार कपूर सिंह ने सुनिया ते उसनूं गोदी च समझो भी गलवकड़ी च लै लिया ते अदब नाल कहन लगे, देख बेटा मैं घोड़ियां दी लिद सट्टना वे संगत दी। इस पंथ दे घोड़ियां दी लिद सट्टन वालियां नूं जे पंथ नवाब बना सकदा है, तू पढ़िया लिखिया है, इन्हां दी सेवा ना छड्डी, हो सकदा तेनू एक दिन पातशाह बना देणगे। मैं आपनूं एक बेनती करा, इस पंथ दी सेवा ना, ओ गुरमुखो पंथ नूं पंथ जान के सेवा करोगे ते ताज सिर ते होणगे, जे पंथ दा मजाक उड़ाओगे ते ताज रुल जाणगे। उन्हां कहा तू सेवा ना छड्डी, इन्हां दी गल ना मोड़ी। ये मेरे वर्गे बंदे नूं लिद सट्टन वाले नूं जे नवाब बना दिंदे आ, तेनू पातशाह क्यों नहीं बनाणगे। मैं बेनती करा, अंदरूनी तौर ते भी वैगुरू नचीजिया नूं चीज कर दिंदे आ, गुरमुखो निमाणिया दा मान बनदे आ। रहाओ जैसा बालक भाए सो भाई। जिवें अगे हुण फिर सानू समत दिंदे आ, भाई इस तरह अरदास करो वैगुरू बख्शदा। जिवें एक बच्चा सुबैकन ही कोई गलती करदा है, लख अपराध कमावे। एक नहीं दो नहीं, वो लखां गलतियां करदा है। इसनूं फिर सुनियो, गलती करना बंदे दा सुभाव है, पर गलती करके ये सिद्ध करी जाना मैं गलत है ही नहीं, मैं गलत है ही नहीं, चेते रखियो इदू वड्डा बज्जर पाप कोई नहीं। महाराज कहते एक गलती नहीं, दो गलती नहीं, बच्चा लखां गलतियां करता है।
ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਲੱਖਾਂ ਗੁਨਾਹ ਕਰ ਰਿਹਾ ਹੈ। ਕਾਰੇ ਉਪਦੇਸ਼ ਝਿੜਕੇ ਬਹੁ ਭਾਤੀ। ਪਰ ਦੇਖੋ ਬਾਪੂ ਦਾ ਸੁਭਾਅ ਕੀ ਹੈ। ਬਾਪੂ ਬੱਚੇ ਨੂੰ ਮਾਰਨਾ ਥੋੜਾ ਚਾਹੁੰਦਾ ਜੀ। ਉਹ ਚਪੇੜ ਮਾਰਨ ਦਾ ਉਹਦਾ ਮਕਸਦ ਇਹ ਨਹੀਂ ਮਰ ਜਾਏ, ਉਹ ਮਾਰਨਾ ਨਹੀਂ ਚਾਹੁੰਦਾ, ਉਹ ਝਿੜਕ ਕੇ ਸੁਧਾਰਨਾ ਚਾਹੁੰਦਾ ਹੈ। ਬਾਪੂ ਝਿੜਕਾਂ ਮਾਰਦਾ ਹੈ ਤੇ ਕਈ ਤਰੀਕਿਆਂ ਨਾਲ ਝਿੜਕਾਂ ਮਾਰ ਕੇ, ਡਰਾਵੇ ਦੇ ਕੇ, ਫਿਜ਼ੀਕਲ ਤੌਰ ਤੇ ਉਹਨੂੰ ਸਮਝਾਉਣ ਦਾ ਯਤਨ ਕਰਦਾ ਹੈ। ਬਾਹੁੜ ਪਿਤਾ ਗੱਲ ਲਾਵੇ। ਫਿਰ ਦੁਬਾਰਾ ਬਾਪ ਆਪਣੇ ਪੁੱਤਰ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਹੈ। ਉਹ ਲੱਖਾਂ ਗਲਤੀਆਂ ਕੀਤੀਆਂ ਹੋਣ ਤੇ ਬਾਪ ਝਿੜਕ ਕੇ ਗਲੇ ਨਾਲ ਲਾ ਲੈਂਦਾ। ਗੁਰਮਖੋ, ਜੇ ਮਨ ਨੇ ਆਪਾਂ ਗਲਤੀਆਂ ਕਰ ਬੈਠੇ ਹਾਂ ਤੇ ਗੁਰੂ ਸਾਹਮਣੇ ਖਲੋ ਕੇ ਮੰਨ ਲਈਏ ਕੀਤੀਆਂ ਨੇ ਕਿ ਗੁਰੂ ਬਖਸ਼ਦਾ ਨਹੀਂ। ਮਹਾਰਾਜ ਕਹਿੰਦੇ ਬਾਪੂ ਫਿਰ ਗਲੇ ਨਾਲ ਲਾਂਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ। ਪਿਛਲੇ ਕੀਤੇ ਕੋਈ ਗੁਨਾਹ ਜਿਹੜੇ ਨੇ ਉਹ ਪਿਆਰਾ ਵੈਗਰੂ ਬਖਸ਼ ਦਿੰਦਾ। ਜਦੋਂ ਕੋਈ ਕਹਿੰਦਾ ਮੈਂ ਭੁੱਲ ਕੀਤੀ ਹੈ, ਆਗੇ ਮਾਰਗ ਪਾਵੇ। ਫਿਰ ਅੱਗੋਂ ਇੰਨੀ ਸਮੱਤ ਦਿੰਦੇ ਨੇ ਕਿ ਉਹਨੂੰ ਬੁਰੇ ਰਸਤੇ ਤੇ ਪੈਣ ਹੀ ਨਹੀਂ ਦਿੰਦੇ। ਇਹ ਨਹੀਂ ਕਿ ਇੱਕ ਗਲਤੀ ਕੀਤੀ ਇੱਥੋਂ ਅੰਮ੍ਰਿਤ ਛਕਿਆ, ਦੂਜੀ ਕੀਤੀ ਕੇਸਗੜ੍ਹ ਤੋਂ ਛਕ ਲਿਆ, ਤੀਜੀ ਕੀਤੀ ਦਿੱਲੀ ਅੱਪੜ ਗਏ। ਨਹੀਂ ਨਹੀਂ, ਇਸ ਤਰ੍ਹਾਂ ਨਹੀਂ ਮਾਫ ਕਰਦਾ ਪਿਆ। ਉਹ ਇੰਨੀ ਸਮੱਤ ਦਿੰਦਾ ਹੈ ਕਿ ਗੁਰਮਖੋ ਪਿਛਲੇ ਔਗਣ ਬਖਸ਼ ਲੈਂਦਾ, ਅੱਗੋਂ ਰਸਤਾ ਹੀ ਸਹੀ ਦੇ ਦਿੰਦਾ। ਇਨਸਾਨ ਭਟਕਦਾ ਹੀ ਨਹੀਂ। ਹਾਰੇ ਅੰਤਰ ਜਾਮੀ ਸਭ ਬਿਦ ਜਾਣੈ। ਅੰਦਰ ਦੀਆਂ ਜਾਣਨ ਵਾਲਾ ਵੈਗਰੂ ਸਾਰੀਆਂ ਬਿਦਾਂ ਜਾਣ ਰਿਹਾ ਹੈ। ਤਾਂ ਕਿਸ ਪਹਿ ਆਖ ਸੁਣਾਈਐ। ਜਿਹਦੇ ਕੋਲ ਆਪਣੇ ਅੰਦਰ ਦੀ ਬਿਰਤਾ ਸੁਣਾਈਏ ਉਹ ਅੰਤਰਜਾਮੀ ਹੈ। ਕਹਿਣੈ ਕਥਨ ਨਾ ਭੀਜੈ ਗੋਬਿੰਦ। ਬਾਹਰ ਦੀਆਂ ਗੱਲਾਂ ਨਾਲ, ਕਥਾਵਾਂ ਨਾਲ, ਕਹਾਣੀਆਂ ਨਾਲ ਉਸ ਗੋਬਿੰਦ ਨੇ ਨਹੀਂ ਰਿਝਣਾ, ਨਹੀਂ ਭਿਜਣਾ। ਹਰ ਭਾਵੈ ਪੈਜ ਰਖਾਈਐ। ਹਰ ਭਾਵੈ ਪੈਜ ਰਖਾਈਐ। ਜਿਵੇਂ ਉਹਨੂੰ ਪਾਉਂਦਾ, ਜਿਹੜਾ ਉਹਨੂੰ ਚੰਗਾ ਲੱਗ ਜਾ ਉਹਦੀ ਇੱਜ਼ਤ ਰੱਖੇਗਾ। ਹਰ ਭਾਵੈ, ਜੇ ਉਹ ਹਰੀ ਨੂੰ ਚੰਗਾ ਲੱਗ ਗਿਆ, ਪੈਜ ਰਖਾਈਐ, ਉਹਦੀ ਇੱਜ਼ਤ ਰੱਖਦੇ ਹਨ। ਅਵਰ ਓਟ ਮੈਂ ਸਗਲੀ ਦੇਖੀ। ਇਹ ਵੈਗਰੂ ਮੈਂ ਸਾਰੇ ਦੁਆਰੇ ਦੇਖ ਲਿਆ, ਸਭ ਦੀਆਂ ਓਟਾਂ ਦੇਖ ਲੀਆਂ ਨੇ, ਤੇਰੇ ਤੋਂ ਵੱਡੀ ਓਟ ਕੋਈ ਨਹੀਂ। ਇੱਕ ਤੇਰੀ ਓਟ ਰਹਾਈ ਹੁਣ ਐ। ਵੈਗਰੂ ਸਿਰਫ ਤੇਰਾ ਹੀ ਸਹਾਰਾ ਲਿਆ। ਕਿਸੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ। ਬੜੀਆਂ ਓਟਾਂ ਵੇਖੀਆਂ ਪਰ ਮੇਰੇ ਵਾਸਤੇ ਸਿਰਫ ਇੱਕ ਤੇਰੀ ਹੀ ਓਟ ਹੈ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ। ਗੁਰੂ ਪੰਚਮ ਪਾਤਸ਼ਾਹ ਅੰਤ ਚ ਕਹਿ ਰਹੇ ਨੇ, ਗੁਰਮੁਖੋ ਕਰੋ ਖਾਂ ਅਰਦਾਸ। ਉਹ ਵੈਗੁਰੂ ਸੁਣ ਕੇ ਅਵਸਥਾ ਬਖਸ਼ ਦਿੰਦੇ ਨੇ, ਉਹ ਨਚੀਜਿਆਂ ਨੂੰ ਚੀਜ਼ ਕਰ ਦਿੰਦੇ ਨੇ, ਉਹ ਨਿਮਾਣਿਆਂ ਦਾ ਮਾਣ ਬਣ ਜਾਂਦੇ ਨੇ, ਉਹ ਭੁੱਲਾਂ ਕਰਨ ਵਾਲੇ ਬੱਚਿਆਂ ਨੂੰ ਦੁਬਾਰਾ ਗਲੇ ਨਾਲ ਲਾ ਲੈਂਦੇ ਨੇ। ਵੈਗੁਰੂ ਦਿਆਲੂ ਨੇ, ਕਿਰਪਾਲੂ ਨੇ, ਉਹ ਆਪੇ ਬੇਨਤੀ ਸੁਣਦੇ ਹਨ। ਆਪੇ ਸੁਣੈ ਬੇਨੰਤੀ। ਉਹ ਕਿਰਪਾਲੂ ਜੀ ਤੁਹਾਡੀ ਬੇਨਤੀ ਜ਼ਰੂਰ ਸੁਣਨਗੇ। ਪੂਰਾ ਸਤਿਗੁਰ ਮੇਲ ਮਿਲਾਵੇ। ਸਤਿਗੁਰੂ ਜੋ ਆਪ ਪਰਮੇਸ਼ਵਰ ਚ ਮਿਲਿਆ ਹੋਇਆ ਹੈ, ਉਹ ਜਗਿਆਸੂ ਨੂੰ ਮਿਲਾ ਦਿੰਦਾ ਹੈ। ਸਭ ਚੂਕੈ ਮਨ ਕੀ ਚਿੰਤੀ। ਜਿਹੜੀ ਮਨ ਦੇ ਅੰਦਰ ਚਿੰਤਾ ਹੈ, ਝੋਰਾ ਹੈ, ਪੂਰਾ ਸਤਿਗੁਰੂ ਕਿਰਪਾ ਕਰਕੇ ਉਹ ਚਿੰਤਾ ਵੀ ਅੰਦਰੋਂ ਦੂਰ ਕਰ ਦਿੰਦੇ ਨੇ। ਚਿੰਤਾ ਦਾ ਰੋਗ ਜੜੋਂ ਪੱਟ ਦਿੰਦੇ ਹਨ। ਹਰ ਹਰ ਨਾਮ ਅਵਖਦ ਮੁਖ ਪਾਇਆ। ਅਖੀਰ ਤੇ ਮਹਾਰਾਜ ਤਤ ਕਹਿ ਰਹੇ ਨੇ, ਭਾਈ ਵਾਹਿਗੁਰੂ ਵਾਹਿਗੁਰੂ ਖਰੀ ਖਰੀ ਦਾ ਜੋ ਨਾਮ ਹੈ ਉਹ ਸਾਡੇ ਮੁਖ ਚ ਪੈ ਗਿਆ, ਅਸੀਂ ਉਹ ਮੂੰਹ ਵਿੱਚ ਪਾਇਆ ਹੈ। ਜਨ ਨਾਨਕ ਸੁਖ ਵਸੰਤੀ। ਪਰਮਾਤਮਾ ਦਾ ਨਾਮ ਦਵਾਈ ਹੈ, ਉਹ ਮੁਖ ਚ ਪਾ ਲਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਮੈਂ ਸੁੱਖ ਨਾਲ ਵਸ ਰਹੀ ਹਾਂ, ਸੁੱਖ ਨਾਲ ਰਹਿ ਰਹੀ ਹਾਂ। ਸਾਰੇ ਸ਼ਬਦ ਦਾ ਤਤ ਭਾਵੇ ਭਾਈ, ਜੇ ਕੋਈ ਭੁੱਲ ਗਿਆ ਹੈ, ਆਤਮਿਕ ਅਵਸਥਾ ਗਵਾਚ ਗਈ ਹੈ, ਐਵੇਂ ਭਟਕਣ ਦੀ ਫਿਰ ਲੋੜ ਨਹੀਂ। ਆਓ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਮਾਫੀ ਮੰਗੀਏ। ਸਤਿਗੁਰੂ ਅਸੀਂ ਭੁੱਲ ਗਏ ਹਾਂ। ਤੇ ਪੂਰਨ ਸਿੰਘ ਦੀ ਗੱਲ ਯਾਦ ਰੱਖਿਓ ਪ੍ਰੋਫੈਸਰ ਸਾਹਿਬ ਦੀ, ਕਿਤੇ ਵੀ ਚਲੇ ਜਾਓ
गुरु गोबिंद सिंह दरवाजे 'च खलोता इंतजार जरूर करता है, क्योंकि वह जिन्ना भी दूर चला जाएगा उन्हें वापस जरूर आना है। आओ थोड़ा जिहा आपां नाम जप लीए जी, सारे करो किरपा जी, उच्ची आवाज़ में सारियां संगतां इकट्ठियां जी, क्योंकि खीर ते महाराज ने कहा नाम नाम ही जपीए, यही सुख दे सकता है सानू, यही अवस्था वापस लिया सकता है। करो किरपा जी। सतनाम वाहेगुरु, सतनाम वाहेगुरु। सारे किरपा करो उच्ची आवाज च, घर बैठे भी। सतनाम वाहेगुरु, सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु। सतनाम सारे किरपा करो। सतनाम वाहेगुरु, सतनाम वाहेगुरु, सतनाम वाहेगुरु। सतनाम वाहेगुरु, 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 सतनाम वाहेगुरु। सतगुरु गुरु रामदास सच्चे पातशाह जी आप जी दो आए दरबार चो हुक्म दी विचार करदे हां। एक नहीं बेअंत भुलां सथूल सूक्ष्म रूप विच होईयां सतगुरु और संगत बख्शण योग है।
ਆਓ ਭਾਈ ਸਾਹਿਬ ਜੀ ਤੋਂ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ। ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੈ ਬੇਨੰਤੀ। ਪੂਰਾ ਸਤਿਗੁਰ ਮੇਲ ਮਿਲਾਵੈ, ਸਭ ਚੂਕੈ ਮਨ ਕੀ ਚਿੰਤੀ। ਹਰ ਹਰ ਨਾਮ ਅਵਖਦ ਮੁਖ ਪਾਇਆ, ਜਨ ਨਾਨਕ ਸੁਖ ਵਸੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।